ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਨਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੁ, ਬਿਖਮ ਨਦੀ ਜਾਏ ਤਰਨੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕੋ ਏਕ ਕਹੈ ਸਭ ਕੋਈ, ਹਉਮੈ ਗਰਭ ਵਿਆਪੈ। ਅੰਤਰ ਬਾਹਰ ਏਕ ਪਛਾਣੈ, ਇਉ ਘਰ ਮਹਿਲ ਸਿਆਪੈ। ਏਕੋ ਏਕ ਕਹੈ ਸਭ ਕੋਈ, ਹਉਮੈ ਗਰਭ ਵਿਆਪੈ। ਅੰਤਰ ਬਾਹਰ ਏਕ ਪਛਾਣੈ, ਇਉ ਘਰ ਮਹਿਲ ਸਿਆਪੈ। ਪ੍ਰਭ ਨੇੜੇ ਹਰ ਤੂਗ ਨ ਜਾਣਹੁ, ਏਕੋ ਸ੍ਰਿਸ਼ਟ ਸਬਾਈ। ਏਕੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਪ੍ਰਭ ਨੇੜੇ ਹਰ ਦੂਰ ਨ ਜਾਣੋ, ਏਕੋ ਸ੍ਰਿਸ਼ਟ ਸਬਾਈ। ਏਕੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਦੀਨ ਦਇਆਲ ਮਿਹਰਬਾਨ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋਤ ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰੰਪਾਰ ਕਿਰਪਾ ਦਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੇ ਅਸਥਾਨ
ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ ਹਨ। ਲੜੀਵਾਰ ਰੂਪ ਦੁਆਰਾ ਗਰੀਬ ਨਵਾਜ ਸਾਹਿਬ ਜੀ ਅੱਜ ਦਾ ਜੋ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਇਹ ਦੱਖਣੀ ਓਂਕਾਰ ਦੀ ਬਾਣੀ ਦੇ ਵਿੱਚ ਪੰਜਵੀਂ ਪੌੜੀ ਦੇ ਰਾਹੀਂ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਦੱਖਣੀ ਓਂਕਾਰ ਬਾਣੀ ਦੀਆਂ 54 ਪੌੜੀਆਂ ਹਨ। 929 ਅੰਗ ਤੋਂ ਇਹ ਪਵਿੱਤਰ ਬਾਣੀ ਆਰੰਭ ਹੁੰਦੀ ਹੈ ਔਰ ਅੱਜ ਦਾ ਜੋ ਪਵਿੱਤਰ ਉਪਦੇਸ਼ ਮਹਾਰਾਜ ਜੀ ਕਿਰਪਾ ਕਰਕੇ ਦੇ ਰਹੇ ਹਨ, 930 ਅੰਗ ਤੇ ਇਸ ਪਵਿੱਤਰ ਬਾਣੀ ਦੀ ਪੰਜਵੀਂ ਪੌੜੀ ਦਾ ਪਾਠ ਅਸੀਂ ਸਰਵਣ ਕੀਤਾ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਬਾਣੀ ਹੈ। ਮਹਾਰਾਜ ਸਾਹਿਬ ਜੀ ਨੇ ਨਰਮਦਾ ਨਦੀ ਦੇ ਕੰਢੇ ਤੇ ਜਿਸ ਥਾਂ ਤੇ ਮਹਾਦੇਵ ਦਾ ਮੰਦਿਰ ਹੈ, ਉੱਥੇ ਪੰਡਿਤ ਜੋ ਬੱਚਿਆਂ ਨੂੰ ਪੜ੍ਹਾ ਰਿਹਾ ਸੀ, ਉਸ ਵਿਦਵਾਨ ਪੰਡਿਤ ਨੂੰ ਮਹਾਰਾਜ ਸਾਹਿਬ ਜੀ ਨੇ ਪਰਮਾਰਥ ਦਾ ਉਪਦੇਸ਼ ਦਿੰਦਿਆਂ ਹੋਇਆਂ ਇਹ ਪਵਿੱਤਰ ਬਾਣੀ ਉਚਾਰਨ ਕੀਤੀ ਔਰ ਸਭ ਸੰਸਾਰ ਭਰ ਨੂੰ, ਸਾਨੂੰ ਸੰਸਾਰੀ ਜੀਵਾਂ ਨੂੰ ਮਹਾਰਾਜ ਸਾਹਿਬ ਜੀ ਨੇ ਇਹ ਪਾਵਨ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੋ ਜਿਸ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਕਿਰਪਾ ਕਰਦੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕੋ ਏਕ ਕਹੈ ਸਭ ਕੋਈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਕਿ ਕਹਿਣ ਮਾਤਰ ਤੇ ਸਾਰੇ ਸੰਸਾਰ ਦੇ ਜੀ, ਸਭ ਕੋਈ, ਸਾਰੇ ਹੀ ਇਹ ਗੱਲ ਕਹਿੰਦੇ ਹਨ ਕਿ ਉਹ ਪਰਮੇਸ਼ਰ ਇੱਕ ਹੈ, ਪ੍ਰਭੂ ਇੱਕ ਹੈ, ਪਰਮਾਤਮਾ ਇੱਕ ਹੈ। ਇਸ ਤਰ੍ਹਾਂ ਦੇ ਮਹਾਰਾਜ ਕਹਿੰਦੇ ਸਾਰੀ ਦੁਨੀਆ ਹੀ ਕਹਿੰਦੀ ਏਕੋ ਏਕ ਕਹੈ ਸਭ ਕੋਈ। ਸਭ ਕੋਈ ਇਹ ਗੱਲ ਕਹਿੰਦੇ ਹਨ ਕਿ ਉਹ ਬ੍ਰਹਮ ਇੱਕ ਹੈ, ਪਰਮੇਸ਼ਰ ਇੱਕ ਹੈ, ਪ੍ਰਭੂ ਇੱਕ ਹੈ। ਇਸ ਤਰ੍ਹਾਂ ਤੇ ਸਾਰਾ ਸੰਸਾਰ ਹੀ ਕਹਿੰਦਾ ਹੈ। ਹਉਮੈ ਗਰਭ ਵਿਆਪੈ। ਪਰ ਮਹਾਰਾਜ ਕਹਿੰਦੇ ਵੀ ਹਉਮੈ ਤਾਂ ਕਿਸੇ ਦੀ ਮਿਟਦੀ ਨਹੀਂ, ਗਰਭ ਨਹੀਂ ਮਿਟਦਾ। ਇਹ ਗੱਲ ਵੀ ਕਹਿੰਦੇ ਆ ਵੀ ਪ੍ਰਭੂ ਇੱਕ ਹੈ, ਇੱਕ ਹੈ, ਪਰ ਹਉਮੈ ਦੇ ਵਿੱਚ ਤੇ ਗਰਭ ਹੰਕਾਰ ਦੇ ਵਿੱਚ ਜੀਵ ਵਿਆਪੇ ਹੋਏ ਹਨ, ਖਚਤ ਹੋ ਰਹੇ ਹਨ। ਇਹ ਹਉਮੈ ਤਾਂ ਛੱਡਦੇ ਨਹੀਂ ਹਨ, ਹਉਮੈ ਦਾ ਤੇ ਤਿਆਗ ਨਹੀਂ ਜੀਵ ਕਰਦੇ ਹਨ। ਤੇ ਫਿਰ ਉਹ ਕਹਿਣਾ ਸਫਲਾ ਨਹੀਂ ਹੈ ਕਿ ਪ੍ਰਮਾਤਮਾ ਇੱਕ ਹੈ, ਪ੍ਰਭੂ ਇੱਕ ਹੈ। ਅਸਲ 'ਚੋਂ ਇੱਕੋ ਇੱਕੋ ਹੈ, ਇੱਕੋ ਹੀ ਆਪ ਹੀ। ਪਰ ਜੀਵ ਨੇ ਮਹਾਰਾਜ ਕਹਿੰਦੇ ਆਪਣੀ ਵੀ ਤਾਂ ਹਉਮੈ ਕੀਤੀ ਹੋਈ ਹੈ, ਆਪਣੀ ਵੀ ਤਾਂ ਹੋਂਦੇ ਨੇ ਮੰਨੀ ਹੋਈ ਹੈ। ਤੇ ਇਸ ਤਰ੍ਹਾਂ ਕਹਿਣ ਨੂੰ ਮਹਾਰਾਜ ਕਹਿੰਦੇ ਵੀ ਫਿਰ ਸਾਰੀ ਦੁਨੀਆ ਕਹੀ ਜਾਂਦੀ ਹੈ, ਕਹਿਣ ਨਾਲ ਕੀ ਹੁੰਦਾ। ਏਕੋ ਏਕ ਕਹੈ ਸਭ ਕੋਈ, ਸਭ ਕੋਈ ਕਹੀ ਜਾਂਦੇ। ਮਹਾਰਾਜ ਕਹਿੰਦੇ ਵੀ ਕਹੀ ਚੱਲੋ, ਉਹ ਇੱਕ ਆ ਤੇ ਉਹਨੇ ਇੱਕ ਹੀ ਰਹਿਣਾ। ਤੇ ਜੇ ਤੁਸੀਂ 2000 ਕਹਿ ਦੋ ਵੀ ਉਹਨੇ ਫਿਰ ਕਿਹੜਾ ਵੀ ਇੱਕ ਤੋਂ ਬਹੁਤੇ ਹੋ ਜਾਣਾ, ਫਿਰ ਵੀ ਉਹਨੇ ਇੱਕ ਹੀ ਰਹਿਣਾ। ਉਹ ਤਾਂ ਇੱਕ ਹੈ, ਜੇ ਉਹਨੂੰ ਇੱਕ ਆਖੀ ਉਹਨੇ ਤਾਂ ਵੀ ਇੱਕ ਹੀ ਰਹਿਣਾ। ਜੇ ਉਹਨੂੰ 2 ਆਖ ਦਈਏ, 4 ਆਖ ਦਈਏ, ਉਹਨੇ 2-4 ਨਹੀਂ ਬਣ ਜਾਣਾ, ਉਹਨੇ ਫਿਰ ਵੀ ਇੱਕ ਹੀ ਰਹਿਣਾ। ਗੱਲ ਤੇ ਇਹ ਆ ਵੀ ਸਾਡੀ ਕਹਿਣ ਦੀ ਭਾਵਨਾ ਕੀ ਹੈ, ਵੀ ਅਸੀਂ ਜੋ ਇੱਕ ਨੂੰ ਕਹਿਣਾ ਤੇ ਫਿਰ ਇਹ ਭਾਵਨਾ ਹੋਏ ਵੀ ਉਹ ਇੱਕ ਹੀ ਆ ਸਦਾ ਸਲਾਮਤ, ਬਾਕੀ ਤਾਂ ਕੁਝ ਵੀ ਨਹੀਂ ਸਦਾ ਰਹਿਣ ਵਾਲਾ। ਸਾਡਾ ਸਰੀਰ ਵੀ ਸਦਾ ਰਹਿਣ ਵਾਲਾ ਨਹੀਂ। ਤੇ ਜਦੋਂ ਜੀਵ ਆਪਣੇ ਆਪ ਨੂੰ ਸੱਤ ਮੰਨਦਾ ਹੈ, ਫਿਰ ਆਪਣੇ ਦੇਹ ਦੀ ਹਉਮੈ ਕਰਦਾ ਹੈ। ਜਦੋਂ ਆਪਣੇ ਆਪ ਨੂੰ ਸੱਚਾ ਮੰਨੀ ਬੈਠਾ ਹੈ, ਫਿਰ ਆਪਣੇ ਗੁਣਾਂ ਦਾ ਗਰਭ ਜਿਹੜਾ ਇਹਨੂੰ ਵਿਆਪਦਾ ਹੈ।
ਹਉਮੈ ਨਾਮ ਵੀ, ਗਰਭ ਨਾਮ ਵੀ ਹੰਕਾਰ ਦਾ ਹਉਮੈ ਦਾ ਹੀ ਹੈ। ਹਉਮੈ ਕਰਦਾ ਹੈ, ਹੰਕਾਰ ਕਰਦਾ ਹੈ, ਸਰੀਰ ਦੀ ਅੰਗਤਾ, ਗੁਣਾਂ ਦਾ ਹੰਕਾਰ ਕਰਦਾ। ਮਹਾਰਾਜ ਕਹਿੰਦੇ ਵੀ ਇੱਕ ਕਹਿਣ ਤੋਂ ਭਾਵ ਇਹ ਹੈ ਵੀ ਉਹ ਇੱਕ ਹੀ ਆ, ਵੀ ਉਹਦੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਫਿਰ ਇਹ ਭਾਵਨਾ ਵੀ ਐਸੀ ਬਣੇ। ਪਹਿਲੀ ਗੱਲ, ਇੱਕ ਤਾਂ ਕਹਿੰਦਾ ਹੀ ਕਹਿੰਦਾ ਹੈ, ਇਹ ਤਾਂ ਕਈਆਂ ਪਾਸੇ ਆਪਣਾ ਲਗਾ ਬਣਾਈ ਬੈਠਾ। ਕਲਗੀਧਰ ਪਾਤਸ਼ਾਹ ਜੀ ਨੇ ਜਿਵੇਂ ਫਰਮਾਇਆ ਵੀ ਖਾਲਸਾ ਉਹ ਹੈ ਜਿਹੜਾ ਇੱਕ ਦਾ ਪੁਜਾਰੀ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਅਕਾਲ ਪੁਰਖ ਦੀ ਫੌਜ ਤੇ ਇੱਕ ਅਕਾਲ ਦੀ ਪੂਜਾ ਕਰਨ ਵਾਲਾ। ਪੂਜਾ ਇੱਕ ਅਕਾਲ ਦੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ। ਤੇ ਸਰਬੱਤ ਜੀਆਂ ਦੇ ਵਿੱਚ ਉਸ ਇੱਕ ਦੀ ਜੋਤ ਨੂੰ ਤੱਕਣਾ। ਇਹ ਨਹੀਂ ਕਿ ਬਾਕੀ ਸ੍ਰਿਸ਼ਟੀ ਜਿਹੜੀ ਆ ਉਸ ਨੂੰ ਕੋਈ ਮਾੜਾ ਬੋਲਣਾ ਹੈ, ਉਹਦੀ ਕੋਈ ਨਿੰਦਿਆ ਕਰਨੀ, ਇਹ ਨਹੀਂ। ਪਰ ਉਸ ਇੱਕ ਨੂੰ ਹੀ ਸਰਬ ਵਿਆਪਕ ਵੇਖਣਾ। ਉਹ ਇੱਕੋ ਹੀ ਅਨੇਕਤਾ ਦੇ ਵਿੱਚ ਮਿਲਿਆ ਹੋਇਆ। ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਇੱਕੋ ਹੀ ਅਨੇਕ ਰੂਪਾਂ ਵਿੱਚ ਵਰਤ ਕੇ ਤੇ ਫਿਰ ਉਹ ਇੱਕੋ ਇੱਕ ਹੀ ਹੋ ਰਿਹਾ। ਜਿਵੇਂ ਚੰਦਰਮਾ ਆਕਾਸ਼ ਵਿੱਚ ਪ੍ਰਕਾਸ਼ ਕਰ ਰਿਹਾ ਹੈ, ਹੇਠਾਂ ਸੈਂਕੜੇ ਪਾਣੀ ਦੇ ਘੜੇ ਭਰ ਕੇ ਰੱਖੇ ਹੋਏ, ਸਾਰਿਆਂ ਦੇ ਵਿੱਚ ਉਹਦਾ ਪ੍ਰਕਾਸ਼ ਪੈ ਰਿਹਾ, ਉਹਦਾ ਪਰਛਾਵਾਂ ਪੈ ਰਿਹਾ। ਉੱਪਰ ਤਾਂ ਉਹ ਇੱਕ ਹੀ ਆ ਤੇ ਸਾਰਿਆਂ ਦੇ ਵਿੱਚ ਉਹਦਾ ਜੋਤ ਪੈ ਰਹੀ, ਉਹਦਾ ਪ੍ਰਕਾਸ਼ ਪੈ ਰਿਹਾ। ਇਸੇ ਤਰ੍ਹਾਂ ਪ੍ਰਮਾਤਮਾ ਤਾਂ ਇੱਕ ਹੀ ਹੈ, ਪਰ ਉਹ ਅਣਕ ਰੂਪ ਖਿਨਮਾਹੇ ਕੁਦਰਤ ਧਾਰਦਾ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਅਨੇਕਾਂ ਰੂਪ ਉਹ ਕਰਕੇ ਵਰਤ ਰਿਹਾ। ਪਰ ਮਹਾਰਾਜ ਕਹਿੰਦੇ ਇਕੱਲੇ ਕਹਿਣ ਦੇ ਨਾਲ ਨਹੀਂ ਗੱਲ ਬਣਦੀ। ਜਿੰਨਾ ਚਿਰ ਸਮਝਦਾ ਨਹੀਂ ਹੈ ਜੀ, ਜਿੰਨਾ ਚਿਰ ਪਛਾਣਦਾ ਨਹੀਂ ਹੈ ਉਸ ਇੱਕ ਨੂੰ। ਏਕੋ ਏਕ ਕਹੈ ਸਭ ਕੋਈ, ਹਉਮੈ ਗਰਭ ਵਿਆਪੈ। ਸਭ ਕੋਈ, ਸਾਰੇ ਸੰਸਾਰ ਦੇ ਜੀਵ ਇਹ ਗੱਲ ਤਾਂ ਕਹਿੰਦੇ ਆ ਪ੍ਰਮਾਤਮਾ ਇੱਕੋ ਇੱਕ ਹੈ। ਪਿੱਛੇ ਵੀ ਇੱਕੋ ਹੀ ਸੀ, ਹੁਣ ਵੀ ਇੱਕੋ ਹੀ ਹੈ, ਆਉਣ ਵਾਲੇ ਸਮੇਂ 'ਚ ਵੀ ਉਹ ਇੱਕੋ ਹੀ ਹੋਵੇਗਾ। ਪਰ ਮਹਾਰਾਜ ਕਹਿੰਦੇ ਵੀ ਜੀਵਾਂ ਨੂੰ ਹਉਮੈ ਹੰਕਾਰ ਵਿਆਪਿਆ ਹੋਇਆ। ਕਿ ਜੇ ਉਸ ਇੱਕ ਨੂੰ ਕਹਿਣਾ ਫਿਰ ਆਪਣੀ ਦੇਹ ਦੀ ਹਉਮੈ ਛੱਡਣੀ ਪੈਣੀ ਕਿ ਮੈਂ ਕੁਝ ਵੀ ਨਹੀਂ ਹਾਂ, ਸਭ ਕੁਝ ਉਹ ਇੱਕ ਹੀ ਆ। ਉਸ ਇੱਕ ਕਰਕੇ ਹੀ ਮੇਰੀ ਹੋਂਦ ਵਾ। ਉਸ ਇੱਕ ਦੀ ਜੋਤ ਹੀ ਜਿੱਥੇ ਸਰਬ ਵਿਆਪਕ ਆ, ਉੱਥੇ ਮੇਰੇ ਵਿੱਚ ਵੀ ਉਹ ਇੱਕੋ ਹੀ ਬੈਠਾ ਹੋਇਆ। ਫਿਰ ਮਹਾਰਾਜ ਕਹਿੰਦੇ ਗਰਭ, ਇਹ ਗੁਣਾਂ ਦਾ ਹੰਕਾਰ ਵੀ ਛੱਡਣਾ ਪਵੇਗਾ। ਪਰ ਜੀਵਾਂ ਨੂੰ ਹਉਮੈ ਵੀ ਦੇਹ ਦੀ ਤੇ ਗੁਣਾਂ ਦਾ ਹੰਕਾਰ ਵੀ ਵਿਆਪਿਆ ਹੋਇਆ। ਤੇ ਜਿਨ੍ਹਾਂ ਨੇ ਹਉਮੈ ਹੰਕਾਰ ਨੂੰ ਛੱਡਿਆ, ਫਿਰ ਉਹਨਾਂ ਨੇ ਐਸੀ ਭਾਵਨਾ ਨਾਲ ਆਖਿਆ ਹੈ, ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਭਗਤ ਦੀ ਅਵਸਥਾ ਹੈ। ਉਹ ਹਉਮੈ ਨੂੰ, ਗਰਭ ਨੂੰ ਤਿਆਗ ਕੇ ਉਹ ਕਹਿੰਦਾ ਵੀ ਮੇਰਾ ਤੇ ਹੈ ਹੀ ਕੁਝ ਨਹੀਂ, ਸਾਰਾ ਕੁਝ ਪ੍ਰਭੂ ਤੇਰਾ ਹੈ। ਤੇਰਾ ਤੁਝ ਕਾ ਸੌਂਪ ਤੇ ਕਿਆ ਲਾਗੈ ਮੇਰਾ। ਪ੍ਰਭੂ ਦੀ ਬੰਦਗੀ ਕਰਦਿਆਂ ਹੋਇਆਂ ਪਰਮੇਸ਼ਰ ਨੂੰ ਤਨ ਮਨ ਧਨ ਸੌਂਪ ਕੇ ਫਿਰ ਵੀ ਉਹ ਕਹਿੰਦਾ ਵੀ ਤੇਰਾ ਦਿੱਤਾ ਹੀ ਤੈਨੂੰ ਸੌਂਪਿਆ, ਇਹਦੇ 'ਚ ਮੇਰਾ ਕੀ ਲੱਗਾ, ਮੇਰਾ ਕੀ ਇਹਦੇ ਵਿੱਚ ਜ਼ੋਰ ਲੱਗਾ। ਜਿਸ ਕੀ ਬਸਤ ਤੇ ਸਿਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਉਸ ਤੇ ਚੌਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆ। ਹੈ ਤਾਂ ਇੱਕੋ ਇੱਕੋ ਪ੍ਰਭੂ ਹੀ, ਪਰ ਜੀਵ ਹਉਮੈ ਕਰਕੇ ਆਪਣੀ ਹੋਂਦ ਬਣਾ ਕੇ ਬੈਠਾ ਕਿ ਮੈਂ ਵੀ ਕੁਝ ਹਾਂ, ਉਹਦੇ ਤੋਂ ਬਿਨਾਂ ਤੇ ਕੁਝ ਵੀ ਨਹੀਂ ਹੈ। ਪਰਮੇਸ਼ਰ ਨੇ ਹੀ ਇਹ ਸਰੀਰ ਪੈਦਾ ਕੀਤਾ, ਦੇਹ ਪੈਦਾ ਕੀਤੀ। ਉਸ ਵਾਹਿਗੁਰੂ ਨੇ ਹੀ ਇਸ ਸਰੀਰ ਦੇ ਵਿੱਚ ਜਿੰਦ ਜਾਨ ਪਾਈ, ਪਾਈ ਵੀ ਉਹਨੇ ਤੇ ਕੱਢਣੀ ਵੀ ਉਹਨੇ।
ਜਿਸਨੇ ਜੀਉ ਪਾਇਆ ਪਿੰਡ ਦੇ ਵਿੱਚ, ਸਰੀਰ ਦੇ ਵਿੱਚ, ਉਹਨੇ ਆਪਣੇ ਹੁਕਮ ਨਾਲ ਹੀ ਇਸ ਸਰੀਰ ਵਿੱਚ ਜੀਵ ਨੂੰ ਪਾਇਆ ਹੈ ਤੇ ਆਪਣੇ ਹੁਕਮ ਦੇ ਨਾਲ ਹੀ ਕੱਢ ਲੈਣਾ ਹੈ। ਤਾਂ ਸਭ ਕੁਝ ਉਹੀ, ਪਰ ਇਹਨੇ ਉਂਝੀ ਝੂਠੀ ਹਉਮੈ ਕੀਤੀ ਹੋਈ। ਇਸੇ ਨੂੰ ਮਹਾਰਾਜ ਸਾਹਿਬ ਨੇ ਸੁਖਮਨੀ ਸਾਹਿਬ 'ਚ ਆਖਿਆ, ਮਿਥਿਆ ਤਨ ਧਨ ਕੁਟੰਬ ਸਬਾਇਆ। ਇਹ ਤਨ ਵੀ ਮਿਥਿਆ ਵਾ। ਮਹਾਰਾਜ ਕਹਿੰਦੇ ਮੰਨ ਇਸ ਗੱਲ ਨੂੰ, ਤੈਨੂੰ ਮੰਨਣਾ ਪੈਣਾ। ਇਹ ਜਿਹੜਾ ਸਰੀਰ ਵਾ ਇਹ ਝੂਠਾ ਵਾ। ਧਨ ਵੀ ਮਿਥਿਆ ਵਾ, ਝੂਠਾ। ਕੁਟੰਬ ਪਰਿਵਾਰ ਵੀ ਨਾਸਵਾਨ, ਸਾਰਾ ਹੀ ਸਬਾਇਆ, ਸਾਰਾ ਕੁਝ। ਫਿਰ ਅੱਗੇ ਮਹਾਰਾਜ ਕਹਿੰਦੇ ਮਿਥਿਆ ਹਉਮੈ ਮਮਤਾ ਮਾਇਆ। ਜਿਹੜੀ ਹਉਮੈ ਕੀਤੀ ਆ ਨਾ ਦੇਹ ਦੀ, ਕਿ ਮੈਂ ਫਲਾਣਾ ਸਿੰਘ ਆ, ਮੇਰੀ ਦੇਹ ਬੜੀ ਸੋਹਣੀ, ਮੇਰੀ ਦੇਹ ਵਿੱਚ ਬਲ ਬੜਾ ਵਾ, ਤੇਲ ਤੇਲ ਲਾ ਕੇ ਰੱਖਦਾ, ਸੈਂਟ ਛਿੜਕ ਕੇ ਰੱਖਦਾ। ਮਹਾਰਾਜ ਕਹਿੰਦੇ ਤਨ ਵੀ, ਇਹ ਹਉਮੈ ਵੀ ਜਿਹੜੀ ਹੈ ਇਹ ਵੀ ਝੂਠੀ ਆ। ਮਿਥਿਆ ਹਉਮੈ ਮਮਤਾ। ਮਮਤਾ ਹੁੰਦੀ ਮੇਰ, ਮੈਂ ਕਰਨਾ, ਮੇਰੀ ਮੇਰੀ ਕਰਨੀ, ਮੇਰਾ ਮੇਰਾ ਕਹਿਣਾ। ਕੱਲਾ ਕਹਿਣਾ ਹੀ ਨਹੀਂ, ਕਹਿੰਦਾ ਬੰਦਾ ਤਾਂ ਹੀ ਹੈ ਜਿਸ ਗੱਲ ਨੂੰ ਮੰਨਦਾ। ਉਹ ਜਿਹੜੀ ਮਮਤਾ ਕੀਤੀ ਹੋਈ ਆ, ਮਹਾਰਾਜ ਕਹਿੰਦੇ ਵੀ ਝੂਠੀ ਆ। ਜਦੋਂ ਦੇਹ ਹੀ ਨਾਸਵਾਨ ਆ ਤੇ ਫਿਰ ਇਹਦੀ ਹਉਮੈ ਮਮਤਾ ਜਿਹੜੀ ਹੈ ਉਹ ਵੀ ਝੂਠੀ। ਮਾਇਆ ਵੀ ਨਾਸਵਾਨ, ਮਾਇਆ ਦੀ ਮੇਰ ਵੀ ਝੂਠੀ। ਮਿਥਿਆ ਹਉਮੈ ਮਮਤਾ ਮਾਇਆ। ਮਿਥਿਆ ਰਾਜ ਜੋਬਨ ਧਨ ਮਾਲ। ਰਾਜ ਵੀ ਮਿਥਿਆ ਹੀ, ਝੂਠਾ ਹੀ। ਜੋਬਨ ਜਵਾਨੀ ਵੀ ਮਿਥਿਆ ਹੀ, ਝੂਠੀ। ਕਈਆਂ ਤੇ ਆਈ, ਕਈਆਂ ਦੀ ਗਈ, ਤੇ ਹੁਣ ਤੇਰੇ ਤੇ ਆਈ ਹੈ ਤੇ ਤੇਰੀ ਕਿਹੜਾ ਸਦਾ ਰਹਿਣੀ। ਮਹਾਰਾਜ ਕਹਿੰਦੇ ਸਮਝ, ਪਹਿਲੇ ਵੀ ਕਈ ਜਵਾਨ ਹੋਏ ਆ, ਉਹਨਾਂ ਦੀ ਵੀ ਢਲ ਗਈ ਜਵਾਨੀ। ਬਚਪਨ ਤੋਂ ਜਵਾਨੀ ਵਿੱਚ, ਜਵਾਨੀ ਤੋਂ ਬਿਰਧ ਅਵਸਥਾ, ਜਨਮ ਹੈ ਮਰਨ ਹੈ। ਸਤਿਗੁਰੂ ਕਹਿੰਦੇ ਤਾਂ ਫੁੱਲਾਂ ਦੀ ਬਗੀਚੀ ਦੀ ਤਰ੍ਹਾਂ ਵਾ। ਥੋੜਾ ਜਿਹਾ ਸਮਾਂ, ਸਦਾ ਨਹੀਂ ਖਿੜਿਆ ਰਹਿੰਦਾ, ਐਵੇਂ ਹੰਕਾਰ ਚੁੱਕੀ ਫਿਰਦਾ। ਮਿਥਿਆ ਰਾਜ ਜੋਬਨ ਧਨ ਮਾਲ। ਇਹ ਧਨ ਮਾਲ ਦਾ ਕਾਹਦਾ ਮਾਣ ਕਰਨਾ ਹੈ, ਜੋਬਨ ਦਾ ਜਵਾਨੀ ਦਾ ਕਾਹਦਾ ਮਾਣ ਕਰਨਾ ਹੈ, ਝੂਠੀ ਹੈ। ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ। ਹਾਂ, 4 ਕੁ ਦਿਨਾਂ ਵਾਸਤੇ ਨਾਠੀ ਅੜੇ ਨੇ ਨਾਸ ਹੋ ਜਾਣਾ, ਨੱਠ ਜਾਣਾ, ਭੱਜ ਜਾਣਾ। ਇਹ ਨਹੀਂ ਰਹਿਣੀ, ਨਿਕਲ ਜਾਣਾ ਇਹ ਸਮਾਂ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ। ਭਾਈ ਵੀਰ ਸਿੰਘ ਜੀ ਕਹਿੰਦੇ ਫਿਰ ਜਿੰਨੇ ਮਰਜ਼ੀ ਵਾਸਤੇ ਪਾ ਲਵੀਂ, ਸਮਾਂ ਨਿਕਲ ਗਿਆ, ਫਿਰ ਨਹੀਂ ਹੱਥ ਆਉਣਾ। ਸਮੇਂ ਨੇ ਆਪਣੀ ਕੰਨੀ ਖਿਸਕਾ ਹੀ ਲੈਣੀ। ਇਹ ਖਿਸਕ ਜਾਣਾ ਸਮਾਂ, ਥੋੜਾ ਥੋੜਾ ਕਰਕੇ। ਧਨ ਜੋਬਨ ਅਰ ਫੁੱਲੜਾ। ਤੇ ਫੁੱਲੜਾ, ਫੁੱਲ ਜਿਹੜਾ ਵਾ ਉਹ ਸਦਾ ਤੇ ਨਹੀਂ ਖਿੜਿਆ ਰਹਿੰਦਾ। ਇਹ ਥੋੜੇ ਕੁ ਦਿਨਾਂ ਦਾ। ਇਸ ਕਰਕੇ ਮਹਾਰਾਜ ਕਹਿੰਦੇ ਨਾਠੀ ਅੜੇ ਦਿਨ ਚਾਰ। ਪੱਪਣ ਕੇਰੇ ਪੱਤ ਜਿਉ ਢਲ ਢੁਲ ਜੁਮਣ ਹਾਰ। ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨੌ ਹੁਲਾ। ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਇਹ ਨਵੇਂ ਚੋਲੇ ਨੇ, ਜਵਾਨੀ ਵਾਲੇ ਚੋਲੇ ਨੇ। ਇਸ ਸਰੀਰ ਨੇ ਪੁਰਾਣਾ ਚੋਲਾ ਵੀ ਬਣ ਜਾਣਾ, ਇਹਨੇ ਪੁਰਾਣਾ ਵੀ ਹੋ ਜਾਣਾ। ਇਸ ਕਰਕੇ ਮਿਥਿਆ ਹਉਮੈ ਮਮਤਾ ਮਾਇਆ। ਮਿਥਿਆ ਰਾਜ ਜੋਬਨ ਧਨ ਮਾਲ। ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰਥ ਹਸਤੀ ਅਸਵ ਬਸਤਰਾ। ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਇਹ ਮਾਰੇ ਕਿਤੇ ਸਭ ਕੁਝ ਹੀ ਮਿਥਿਆ ਹੈ। ਸੱਚਾ ਤੇ ਇੱਕ ਹੀ ਹੈ। ਪਰ ਗਰੀਬ ਨਵਾਜ ਕਹਿੰਦੇ ਉਸ ਨੂੰ ਕਹਿਣ ਮਾਤਰ ਜੀਵ ਕਹਿੰਦੇ ਆ ਵੀ ਏਕੋ ਏਕ ਕਹੈ ਸਭ ਕੋਈ ਹਉਮੈ ਗਰਭ ਵਿਆਪੈ। ਪਰ ਹਉਮੈ ਕਰਕੇ ਆਪਣੀ ਦੇਹ ਨੂੰ ਸੱਚਾ ਮੰਨਿਆ ਹੋਇਆ, ਹਉਮੈ ਕਰਕੇ ਆਪਣੀ ਹੋਂਦ ਬਣਾਈ ਹੋਈ ਹੈ। ਪਰ ਉਸ ਇੱਕ ਨੂੰ ਸਿਰਫ ਕਹਿੰਦਾ ਹੀ ਆ, ਅਸਲ ਵਿੱਚ ਉਸ ਇੱਕ ਨੇ ਸਦਾ ਰਹਿਣਾ ਵਾ ਤੇ ਇਹਨੇ ਸਦਾ ਰਹਿਣਾ ਨਹੀਂ। ਤੇ ਜਿਹਨੇ ਸਦਾ ਨਹੀਂ ਰਹਿਣਾ ਉਹ ਆਪਣੇ ਆਪ ਨੂੰ ਸਦੀਵੀ ਮੰਨ ਕੇ ਬੈਠਾ ਹੋਇਆ। ਹਉਮੈ ਦਾ ਮਤਲਬ ਇਹ ਹੀ ਆ ਕਿ ਮੈਂ
हाँ ਤੇ ਮੈਂ ਸਦਾ ਰਹਿਣਾ। ਤੇ ਉਸ ਪਰਮੇਸ਼ਰ ਨੂੰ ਸਿਰਫ ਕਹਿਣ ਮਾਤਰ ਹੀ ਕਹਿੰਦਾ, ਮੰਨਿਆ ਨਹੀਂ ਵੀ ਉਹ ਇੱਕ ਕਹਿਣ ਤੋਂ ਭਾਵ ਉਹ ਇੱਕ ਪਿੱਛੇ ਸੀ, ਹੁਣ ਸਦਾ ਸਲਾਮਤ ਹੈ, ਅੱਗੇ ਵੀ ਉਹਨੇ ਸਦਾ ਸਲਾਮਤ ਰਹਿਣਾ। ਸਦੀਆਂ ਬੀਤ ਜਾਣਗੀਆਂ, ਯੁੱਗ ਬੀਤ ਜਾਣਗੇ, ਕਲਪ ਬੀਤ ਜਾਣਗੇ, ਸਮਾਂ ਜਿੰਨਾ ਮਰਜ਼ੀ ਉਹਦੇ ਹੁਕਮ 'ਚ ਬੀਤ ਜਾਵੇਗਾ, ਉਹਨੇ ਸਦਾ ਰਹਿਣਾ। ਬਾਕੀ ਸਾਰੀ ਸ੍ਰਿਸ਼ਟੀ ਜਿਹੜੀ ਨਾਸਵਾਨ, ਸਾਡੇ ਸਰੀਰਾਂ ਨੇ ਸਦਾ ਨਹੀਂ ਰਹਿਣਾ। ਪਰ ਹਉਮੈ ਕਰਕੇ ਜੀਵ ਜਿਹੜਾ ਵਾ ਇਹ ਆਪਣੇ ਆਪ ਨੂੰ ਸਦਾ ਮੰਨੀ ਬੈਠਾ। ਹਉਮੈ ਗਰਭ ਵਿਆਪੈ, ਤੇ ਗੁਰਬਾਣੀ 'ਚ ਤਾਂ ਮਹਾਰਾਜ ਸਾਹਿਬ ਜੀ ਨੇ ਹਉਮੈ ਨੂੰ ਦੂਰ ਕਰਨ ਵਾਸਤੇ ਬੇਅੰਤ ਬਚਨ ਕਹੇ। ਹਉਮੈ ਨੂੰ ਮਹਾਰਾਜ ਸਾਹਿਬ ਜੀ ਨੇ ਵੱਡਾ ਰੋਗ ਵੀ ਆਖਿਆ ਹੈ ਧੁਰ ਕੀ ਬਾਣੀ ਦੇ ਅੰਦਰ, ਦੀਰਘ ਰੋਗ ਵੀ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਜਦੋਂ ਗੁਰੂ ਕੇ ਸ਼ਬਦ ਨੂੰ ਕਮਾਵੇਗਾ, ਸਤਿਗੁਰੂ ਕਹਿੰਦੇ ਪੁਰਾਣਾ ਰੋਗ, ਇਹ ਲੰਮਾ ਰੋਗ, ਕਈਆਂ ਜਨਮਾਂ ਦਾ ਰੋਗ, ਇਹ ਦੀਰਘ ਰੋਗ ਫਿਰ ਮਿਟੇਗਾ। ਦੀਰਘ ਰੋਗ ਉਸ ਨੂੰ ਕਿਹਾ ਜਾਂਦਾ ਜਿਹੜਾ ਵੱਡਾ ਰੋਗ ਹੈ, ਬਹੁਤ ਚਿਰੋਕਣਾ, ਬੜੇ ਚਿਰ ਕਾਲ ਦਾ ਚੱਲਿਆ ਆਉਂਦਾ ਰੋਗ, ਲੰਮਾ। ਐਸੇ ਜਨਮ ਦਾ ਹੀ ਨਹੀਂ, ਇਹ ਕਈਆਂ ਜਨਮਾਂ ਦਾ ਤੁਰਿਆ ਆਉਂਦਾ ਨਾਲ। ਤੇ ਇਸ ਹਉਮੈ ਕਰਕੇ ਮਹਾਰਾਜ ਕਹਿੰਦੇ ਵੀ ਇਹ ਜੀਵ ਜੰਮਦਾ ਮਰਦਾ। ਹਉਮੈ ਕਰਕੇ ਹੀ ਪ੍ਰਮਾਤਮਾ ਨਾਲੋਂ ਇਹਦਾ ਵਿਛੋੜਾ ਪਿਆ, ਇਹ ਵਿੱਥ ਪਈ ਹੋਈ ਹੈ। ਹਉਮੈ ਨੇ ਵਿੱਚ ਕੰਧ ਕੀਤੀ ਹੋਈ ਹੈ, ਇੱਕ ਪਾਸੇ ਪ੍ਰਮਾਤਮਾ, ਇੱਕ ਪਾਸੇ ਜੀਵ ਹੈ, ਵਿਚਕਾਏ ਹਉਮੈ ਖਲੋਤੀ ਹੈ। ਹਉਮੈ ਦਾ ਪਰਦਾ, ਹਉਮੈ ਭੀਤ ਕਰਾਰੀ ਲਿਖਿਆ ਮਹਾਰਾਜ ਨੇ ਬਾਣੀ ਅੰਦਰ। ਭੀਤ ਮੈਨੇ ਕੰਧ, ਕਰਾਰੀ ਕਰੜੀ। ਹਉਮੈ ਦੀ ਕੰਧ ਬੜੀ ਸਖਤ ਆ, ਕਰੜੀ ਆ। ਤੇ ਸਤਿਗੁਰੂ ਕਹਿੰਦੇ ਹਉਮੈ ਨੂੰ ਤੋੜ, ਹਉਮੈ ਨੂੰ ਤੋੜੇਗਾ ਤਾਂ ਤੇਰਾ ਪ੍ਰਮਾਤਮਾ ਨਾਲ ਮੇਲ ਹੋਵੇਗਾ, ਤੂੰ ਪ੍ਰਭੂ ਨਾਲ ਮਿਲ ਸਕਦਾ। ਤੇ ਗਰੀਬ ਨਵਾਜ ਕਹਿੰਦੇ ਬੜਾ ਲੰਮਾ ਚੱਲਿਆ ਆਉਂਦਾ ਇਹ ਰੋਗ ਹੈ। ਉਂਝ ਰੋਗਾਂ ਦਾ ਜਦੋਂ ਜ਼ਿਕਰ ਕੀਤਾ ਨਾ ਮਹਾਰਾਜ ਨੇ ਅੰਮ੍ਰਿਤ ਬਾਣੀ ਅੰਦਰ, ਤਾਂ ਅਨੇਕਾਂ ਰੋਗਾਂ ਦਾ ਜ਼ਿਕਰ ਕੀਤਾ। ਤੇ ਸਤਿਗੁਰੂ ਜੀ ਨੇ ਇਹ ਵੀ ਕਿਹਾ ਵੀ ਜੋ ਜੋ ਦੀਸੈ ਸੋ ਸੋ ਰੋਗੀ, ਜੋ ਜੋ ਦਿਸ ਰਿਹਾ ਹਰੇਕ ਰੋਗੀ ਹੈ। ਤੇ ਇਸ ਸਮੇਂ ਦੇ ਵਿੱਚ ਤੇ ਕੋਈ ਭਾਗਾਂ ਵਾਲਾ ਹੀ ਰੋਗ ਤੋਂ ਬਚਿਆ ਹੋਣਾ, ਨਹੀਂ ਤੇ ਨਿੱਕਾ ਮੋਟਾ ਤੇ ਹਰੇਕ ਨੂੰ ਲੱਗਾ ਹੀ ਹੋਇਆ। ਕਿਸੇ ਨੂੰ ਕੋਈ ਰੋਗ, ਕਿਸੇ ਨੂੰ ਕੋਈ ਰੋਗ, ਕਿਸੇ ਨੂੰ ਸਰੀਰਕ ਰੋਗ, ਕਿਸੇ ਨੂੰ ਮਾਨਸਿਕ ਰੋਗ। ਕੋਈ ਸਰੀਰ ਕਰਕੇ ਤੰਦਰੁਸਤ ਹੈ ਤੇ ਉਹ ਮਨ ਕਰਕੇ ਦੁਖੀ ਹੈ। ਚਿੰਤਾ ਦਾ ਰੋਗ ਲੱਗਾ ਹੋਇਆ, ਸੋਗ, ਹੋਰ ਕਈ ਤਰ੍ਹਾਂ ਦੇ ਰੋਗ। ਜਿੱਥੇ ਅਨੇਕਾਂ ਰੋਗਾਂ ਦਾ ਜ਼ਿਕਰ ਕੀਤਾ, ਜਿੱਥੇ ਇਹ ਕਿਹਾ ਵੀ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਉੱਥੇ ਗਰੀਬ ਨਵਾਜ ਨੇ ਵੱਡੇ ਰੋਗ, ਇੱਕ ਤ੍ਰਿਸ਼ਨਾ ਨੂੰ ਵੀ ਵੱਡਾ ਰੋਗ ਬਾਣੀ ਚ ਆਖਿਆ, ਤੇ ਇੱਕ ਹਉਮੈ ਨੂੰ ਵੱਡਾ ਰੋਗ ਆਖਿਆ। ਆਨੰਦ ਸਾਹਿਬ 'ਚ ਆਪਾਂ ਪੜ੍ਹਦੇ ਹਾਂ ਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਤ੍ਰਿਸ਼ਨਾ ਵੱਡਾ ਰੋਗ ਲੱਗਾ, ਛੋਟਾ ਰੋਗ ਨਹੀਂ। ਤ੍ਰਿਸ਼ਨਾ ਦਾ ਰੋਗ ਵੀ ਵੱਡਾ ਰੋਗ ਲੱਗਾ ਮਨੁੱਖ ਨੂੰ। ਤੇ ਵੱਡਾ ਰੋਗ ਕੋਈ ਲੱਗ ਜਾਵੇ, ਭਿਆਨਕ ਬਿਮਾਰੀ ਲੱਗ ਜਾਵੇ, ਤੇ ਮਰਨਾ ਚੇਤੇ ਆਉਣ ਲੱਗ ਪੈਂਦਾ ਹੈ। ਪਰ ਸਤਿਗੁਰੂ ਕਹਿੰਦੇ ਇੱਥੇ ਉਲਟਾ ਕੰਮ। ਤ੍ਰਿਸ਼ਨਾ ਵੀ ਵੱਡਾ ਰੋਗ ਹੈ, ਹਉਮੈ ਵੀ ਵੱਡਾ ਰੋਗ ਹੈ। ਹਉਮੈ ਦੀਰਘ ਰੋਗ ਹੈ, ਇਹ ਵੀ ਦੀਰਘ ਰੋਗ ਹੈ। ਪਰ ਜਦੋਂ ਇਨਸਾਨ ਨੂੰ ਤ੍ਰਿਸ਼ਨਾ ਦਾ ਰੋਗ ਲੱਗਦਾ ਹੈ, ਹਉਮੈ ਦਾ ਰੋਗ ਲੱਗਦਾ ਹੈ, ਵੱਡਾ ਰੋਗ ਲੱਗੇ ਤੇ ਮਰਨਾ ਯਾਦ ਆਉਂਦਾ, ਮੌਤ ਚੇਤੇ ਆਉਂਦੀ ਆ ਵੀ ਭਿਆਨਕ ਬਿਮਾਰੀ ਲੱਗ ਗਈ, ਹੁਣ ਇਹਦਾ ਇਲਾਜ ਕੋਈ ਨਹੀਂ, ਮਰਨਾ ਹੋਵੇਗਾ। ਪਰ ਸਤਿਗੁਰੂ ਕਹਿੰਦੇ ਇੱਥੇ ਉਲਟਾ ਕੰਮ। ਤ੍ਰਿਸ਼ਨਾ ਦਾ ਰੋਗ ਜੀਵ ਨੂੰ ਲੱਗਾ ਹੋਇਆ, ਹਉਮੈ ਦਾ ਰੋਗ ਲੱਗਾ ਹੋਇਆ, ਇਹਨਾਂ ਨੇ ਮਰਨਾ ਭੁਲਾ ਦਿੱਤਾ, ਇਹਨਾਂ ਮੌਤ ਨੂੰ ਭੁਲਾ ਦਿੱਤਾ। ਕਿ ਤ੍ਰਿਸ਼ਨਾ ਵਿੱਚ ਬੰਦਾ ਇੰਨਾ ਗਲਤਾਨ ਹੋ ਜਾਂਦਾ, ਇੰਨਾ ਭੱਜ ਦੌੜ ਕਰਦਾ, ਮਰਨਾ ਭੁੱਲ ਹੀ ਜਾਂਦਾ ਵੀ ਮੈਂ ਮਰਨਾ ਹੀ ਨਹੀਂ ਗਾ। ਕਈ ਵਾਰੀ ਕਹਿ ਵੀ ਦਿੰਦਾ, ਕਹਿੰਦਾ ਮਰਨ ਨੂੰ ਵੀ ਸਮਾਂ ਹੈ ਨਹੀਂ, ਇੰਨੇ ਬੀਜੀ ਰਹਿੰਦੇ ਆ ਕਿ ਉਹਨੇ ਤੇ ਸਮਾਂ ਬਣਾ ਹੀ ਲੈਣਾ।
सतगुरु अमरदास साहब तीजे पातशाह गरीब नवाज ने आख्या भी तृष्णा दा वड्डा रोग आ ते इस वड्डे रोग ने इंसान नूं मरना भुला दिता। ਇਹਦਾ भाव ਇਹ होया भी बंदे नूं मरना चेते रखना चाहिए, मौत इनू याद रहनी चाहिए, क्योंकि सतगुरु कहते जिन्ना चिर मौत याद नहीं रही उन्ना चिर हौमे नूं छड्ड ही नहीं सकता। ਜਦੋਂ ਜਦੋਂ मौत भुल्ली बंदे नूं उदों फिर हौमे दे विच पूरा आफरिया, हंकार दे विच फिर मैं कीती इसने। तृष्णा वड्डा रोग लगा मरण मन हो विसारिया, मन विचों मरना ही विसार दिता। तृष्णा दे रोग ने, हौमे दे रोग ने, ते मौत नूं भुला करके फिर इन्हें मेरी मेरी कीती। भगत नामदेव साहब जी का पवित्र शब्द पढ़ते हाँ धनासरी राग की भगत बाणी दे विचों, ते भगत जी कहते गहरी करके नीव खुदाई ऊपर मंडप छाए। गहरी कहते डूंगी नूं, जिन्ना महल उच्चा उसारना होवे उन्नियां नीयां जिहड़ियां डूंगियां पुट्टियां जांदियां। कहते भी डूंगियां नीयां पुट करके ते उत्ते महल उसारे। गहरी करके नीव खुदाई ऊपर मंडप छाए, मार कंडे ते को अधिकाई जिन त्रिण धर मूंड बुलाए। मार कंडे रिखी होया बहुत वड्डी उम्र वाला, कहते मार कंडे रिखी नालों केड़ा वड्डी उम्र वाला होया वा, पर उन्हें ते काखी अपने सिर दे उत्ते रख करके अपनी उम्र बतीत कर दी। कखां तो भाव कखां दी छन विच ही सारी उम्र बतीत कर गया। जदों किसी ने आखना भी रिखी जी कोई पक्का मकान बना लो, उन्हें क्या उम्र बड़ी थोड़ी आ, एवें मकान बनाउण च की लगे रहना, सिमरन बंदगी करिए, आ छन दे विच ही झोपड़ी दे विच ही समां बतीत कर लेंदे। मार कंडे ते को अधिकाई जिन त्रिण धर मूंड बुलाए, हमरो करता राम स्नेही काहे रे नार गर्भ करत हहो बिनस जाए झूठी देही। देही नूं झूठी आख्या भी ये देही सच्ची नहीं है, झूठी भी आख्या ते कच्ची भी आख्या। इन्हूं झूठी भी आख्या ते कच्ची भी आख्या। देह नूं बाणी विच काची देह मोह फुन बांधी, सठ कठोर कुचील कुगियानी, धावत भ्रमत रहन नहीं पावत। मारे कहते धावत दौड़दा वा भरमदा वा, पर इन्हें रहना नहीं सदा। भज्जा जिन्ना मर्जी फिरे इन्हें रहना नहीं सदा वास्ते। धावत भ्रमत रहन नहीं पावत, पार ब्रह्म की गत नहीं जानी। ये देह तां मिली सी पार ब्रह्म नूं जानन वास्ते, उहदे नाल जुड़न वास्ते, उहदे मिलाप वास्ते, पर ये होर पासे भज पिया। काहे रे नार गर्भ करत हहो, हे बंदिया क्यों हंकार करदा है। भगत नामदेव साहब जी कहते काहे रे नार गर्भ करत हहो बिनस जाए झूठी देही। ये झूठी देही आ ते इन्हें बिनस जाना, एक दिन खत्म हो जाना। जिस दा तू हौमे जिस दी करदा है, जिस दे विच रहिंदियां होइयां हे जीव तू गुणां दा हंकार करदा है, तेनू हौमै गर्भ व्यापिया होया है, इस देह ने नाश हो जाना एक दिन, तेनू पता भी नहीं लगना किहड़े वेले वो समा आ गया। अगे भगत जी ने जिक्र किया भी जिन्हां जिन्हां ने मौत नूं भुला के हौमे कीती, मैं कीती, मेरी मेरी कैरो करते दुर्योधन से भाई, 12 जोजन शतर चलै था देही गिरज ना खाई। कैरों ने मेरी मेरी करते सी, दुर्योधन दे भरा ते दुर्योधन भी मेरी मेरी करदा सी, ते 12 जोजना तक दुर्योधन सोने दे शतरां थल्ले तुरिया। अखीर नूं देही जिहड़ी सी इत्थे रुल गई, उहनूं गिलजा ने भी नहीं खाधा। इस तरह की उहदी हालत होई। सर्व सोयन की लंका होती रावण से अधिकाई। सारी सोने की लंका सी कहते रावण की, ते रावण नालों भी वड्डे वड्डे प्रताप वाले जिहड़े राजे हो के इथों गुजर गए, चले गए,
ਕਹਾ ਭਇਓ ਦਰ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ। ਕੀ ਹੋਇਆ ਜੇ ਹਾਥੀ ਦਰਵਾਜ਼ੇ ਸਾਹਮਣੇ ਵੱਜੇ ਹੋਏ ਸੀ ਰਾਵਣ ਦੇ, ਇੱਕ ਛਿਣ ਵਿੱਚ ਹੀ ਜਿਹੜੀ ਲੰਕਾ ਸੀ ਉਹ ਪਰਾਈ ਹੋ ਗਈ। ਦੁਰਵਾਸਾ ਸਿਓ ਕਰਤ ਠਗੌਰੀ ਜਾਦਵੇ ਫਲ ਪਾਏ। ਕਿਰਪਾ ਕਰੀ ਜਨੇ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ। ਮਹਾਰਾਜ ਕਹਿੰਦੇ ਭਾਈ ਹਰੀ ਦੇ ਗੁਣਾਂ ਨੂੰ ਗਾਈਏ। ਤੇ ਇਹ ਜੀਵ ਸਿਰਫ ਕਹਿਣ ਮਾਤਰ ਇਹ ਗੱਲ ਕਹਿੰਦਾ ਹੈ ਵੀ ਪ੍ਰਮਾਤਮਾ ਇੱਕ ਹੈ, ਇੱਕ ਹੈ, ਪਰ ਮਹਾਰਾਜ ਕਹਿੰਦੇ ਇਸ ਗੱਲ ਨੂੰ ਸਮਝਦਾ ਨਹੀਂ ਹੈ। ਹਉਮੈ ਦੇ ਵਿੱਚ ਦੇਹ ਦੀ ਹਉਮੈ ਕਰਦਾ ਹੈ, ਗੁਣਾਂ ਦਾ ਹੰਕਾਰ ਕਰਦਾ ਹੈ, ਹਉਮੈ ਤੇ ਗਰਭ ਦੇ ਵਿੱਚ ਵਿਆਪਿਆ ਹੋਇਆ ਖਚਤ ਹੋ ਰਿਹਾ ਹੈ। ਅੰਤਰ ਬਾਹਰ ਏਕ ਪਛਾਣੇ। ਇਹ ਭਾਈ ਇਹਦਾ ਇੱਕ ਕਹਿਣਾ ਤਾਂ ਸਫਲ ਹੋਵੇਗਾ ਵੀ ਪ੍ਰਮਾਤਮਾ ਇੱਕ ਵਾ ਜੇ ਇਹ ਅੰਦਰ ਵੀ ਤੇ ਬਾਹਰ ਵੀ ਉਸ ਇੱਕ ਨੂੰ ਪਛਾਣੇ, ਇੱਕ ਦੀ ਪਛਾਣ ਕਰੇ, ਆਪਣੇ ਹਿਰਦੇ ਦੇ ਅੰਦਰ ਵੀ ਤੇ ਬਾਹਰ ਵੀ ਉਸ ਇੱਕ ਦੀ ਪਛਾਣ ਕਰੇ। ਅੰਦਰ ਆਪਣੇ ਘਰ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਤੇ ਬਾਹਰ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਉਸ ਇੱਕ ਦੀ ਪਛਾਣ ਕਰੇ ਕਿ ਉਹ ਵਾਹਿਗੁਰੂ ਪਰਮੇਸ਼ਰ ਨਿਰਗੁਣ ਵੀ ਇੱਕ ਆਪ ਹੀ ਹੈ, ਸਰਗੁਣ ਰੂਪ ਵੀ ਇੱਕ ਆਪ ਹੀ ਹੈ। ਨਿਰਗੁਣ ਆਪ ਸਰਗੁਣ ਭੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ। ਉਸ ਇੱਕ ਦੀ ਪਛਾਣ ਕਰੇ। ਕਿਉ ਘਰ ਮਹਿਲ ਸਿਆਪੈ। ਇਹੋ ਇਸ ਤਰ੍ਹਾਂ ਇਹ ਸਤ ਸੰਗਤ ਰੂਪੀ ਘਰ ਦੇ ਵਿੱਚ ਆ ਕਰਕੇ ਫਿਰ ਇਹ ਵਾਹਿਗੁਰੂ ਪਰਮੇਸ਼ਰ ਦੇ ਮਹਿਲ ਨੂੰ, ਉਸ ਮਹੱਲ ਨੂੰ, ਉਸ ਸਰੂਪ ਨੂੰ ਸਿਆਪੈ, ਸਿਆਣ ਲਵੇਗਾ। ਨੰਨੇ ਨਾਲ ਮਹਾਰਾਜ ਸਾਹਿਬ ਜੀ ਨੇ ਇੱਥੇ ਉਚਾਰਿਆ ਸਿਆਪੈ, ਨੰਨੇ ਅੱਖਰ ਦੁਆਰਾ। ਇਹ ਸਿਆਣ ਲਵੇਗਾ ਇਸ ਵਾਹਿਗੁਰੂ ਪਰਮੇਸ਼ਰ ਜੀ। ਮਹਾਰਾਜ ਕਹਿੰਦੇ ਕਹਿੰਦਾ ਤਾਂ ਹੈ ਇਹ ਇੱਕ ਹੈ, ਪਰ ਇਹ ਪਛਾਣਦਾ ਨਹੀਂ ਹੈ, ਸਿਆਣਦਾ ਨਹੀਂ ਹੈ। ਕਈ ਵਾਰੀ ਕਹਿੰਦਾ ਹੈ ਉਂਗਲ ਉੱਚੀ ਕਰਕੇ ਨਾ ਵੀ ਪ੍ਰਮਾਤਮਾ ਇੱਕ ਹੈ, ਤੇ ਸਮਝਦਾ ਇਹ ਹੈ ਵੀ ਇੱਕ ਜਿਹੜਾ ਇੱਕ ਵਾ ਉਹ ਕਿਤੇ ਦੂਰ ਤਾਂ ਰਹਿੰਦਾ ਵਾ, ਕਿਤੇ ਸਤਵੇਂ ਆਕਾਸ਼ ਦੇ ਵਿੱਚ, ਕਿ ਉਹ ਜਿਹੜਾ ਇੱਕ ਵਾ ਮੇਰੇ ਨੇੜੇ ਨਹੀਂ ਗਾ। ਤਾਂ ਉਹਨੂੰ ਉਂਗਲ ਕਰਕੇ ਕਹਿੰਦਾ ਵੀ ਰੱਬ ਜਿਹੜਾ ਨਾ ਉੱਪਰ ਆ ਤੇ ਰੱਬ ਇੱਕ ਹੈ, ਪ੍ਰਮਾਤਮਾ ਇੱਕ ਹੈ। ਮਹਾਰਾਜ ਕਹਿੰਦੇ ਜਿਹੜਾ ਉਹ ਇੱਕ ਵਾ ਨਾ ਉਸ ਇੱਕ ਨੂੰ ਪਛਾਣੇ ਵੀ ਉਹ ਅੰਦਰ ਵੀ ਆ ਤੇ ਬਾਹਰ ਵੀ ਆ। ਮੇਰੇ ਸਰੀਰ ਦੇ ਅੰਦਰ ਵੀ ਉਹ ਇੱਕੋ ਹੀ ਵਸਿਆ ਹੋਇਆ, ਤਾਂ ਹੀ ਮੈਂ ਬੋਲ ਰਿਹਾ ਹਾਂ, ਤਾਂ ਹੀ ਮੈਂ ਵੇਖ ਰਿਹਾ ਹਾਂ, ਤਾਂ ਹੀ ਮੈਂ ਸੁਣ ਰਿਹਾ ਹਾਂ, ਤਾਂ ਹੀ ਮੇਰੇ ਹੱਥ ਜਿਹੜੇ ਹਿੱਲ ਰਹੇ ਆ, ਪੈਰ ਚੱਲ ਰਹੇ ਆ, ਸਰੀਰ ਹਰਕਤ ਕਰ ਰਹੇ ਆ। ਇਹ ਸਾਰੇ ਜੋ ਇੰਦਰੀਆਂ ਦੀ ਤੇ ਸਰੀਰ ਦੀ ਕਿਰਿਆ ਅੰਦਰਲੀ ਬਾਹਰਲੀ ਹੋ ਰਹੀ ਆ, ਦਿਲ ਧੜਕ ਰਿਹਾ ਵਾ, ਮਨ ਜਿਹੜਾ ਵਾ ਇਹ ਸੰਕਲਪ ਉਠਾ ਰਿਹਾ ਹੈ, ਬੁੱਧੀ ਨਿਸ਼ਚਾ ਕਰ ਰਹੀ ਹੈ, ਚਿੱਤ ਜਿਹੜਾ ਵਾ ਇਹ ਚਿਤਵਣੀ ਕਰ ਰਿਹਾ ਹੈ, ਭੁੱਲੀਆਂ ਗੱਲਾਂ ਨੂੰ ਚੇਤੇ ਕਰ ਰਿਹਾ। ਇਹ ਸਾਰੀ ਜਿਹੜੀ ਅੰਦਰਲੀ ਬਾਹਰਲੀ ਕਿਰਿਆ ਚੱਲ ਰਹੀ ਹੈ ਨਾ ਸਰੀਰ ਦੀ, ਇਹ ਉਸ ਇੱਕ ਦੇ ਕਰਕੇ ਹੀ ਚੱਲ ਰਹੀ ਹੈ। ਉਹ ਇੱਕ ਦੀ ਜੋਤ ਵਾ ਅੰਤਰ, ਤੇ ਤਾਂ ਹੀ ਸਭ ਕੁਝ ਹੋ ਰਿਹਾ। ਜਿਸ ਨੂੰ ਮਹਾਰਾਜ ਕਹਿੰਦੇ ਆ ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਕੈ ਚਾਨਣ, ਸਭ ਮਹਿ ਚਾਨਣ ਹੋਏ। ਉਹ ਇੱਕ ਵਾਹਿਗੁਰੂ ਦੀ ਜੋਤ ਕਰਕੇ ਹੀ ਮੇਰੇ ਸਰੀਰ ਵਿੱਚ ਚਾਨਣਾ ਹੋ ਰਿਹਾ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਸਾਰੇ ਬ੍ਰਹਮੰਡ ਵਿੱਚ ਵਿਆਪਕ ਹੈ ਉਹ ਮੇਰੇ ਇਸ ਸਰੀਰ ਦੇ ਵਿੱਚ ਵੀ ਉਸੇ ਦੀ ਜੋਤ ਵਿਆਪਕ ਆ। ਤੇ ਫਿਰ ਇਕੱਲੇ ਇੱਕ ਸਰੀਰ ਵਿੱਚ ਹੀ ਨਹੀਂ, ਸਭ ਮਹਿ ਜੋਤ ਜੋਤ ਹੈ ਸੋਏ। ਸਾਰੇ ਸਰੀਰਾਂ ਦੇ ਵਿੱਚ ਤੇ ਇਕੱਲੇ ਮਨੁੱਖਾਂ ਦੇ ਸਰੀਰਾਂ ਵਿੱਚ ਹੀ ਉਹ ਜੋਤ ਵਿਆਪਕ ਆ। ਮਹਾਰਾਜ ਕਹਿੰਦੇ ਨਹੀਂ ਸਾਰੇ ਪਾਸੇ। ਭਗਤ ਨਾਮਦੇਵ ਸਾਹਿਬ ਜੀ ਨੇ ਵੇਖਿਆ, ਉਹਨਾਂ ਨੇ ਕਹਿ ਦਿੱਤਾ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ। ਜਦੋਂ ਇਹ ਬਚਨ ਵਰਤਿਆ ਤੇ ਸਾਰੀ ਸ੍ਰਿਸ਼ਟੀ ਵਿੱਚ ਆ ਗਈ। ਅਸਥਾਵਰ ਕਹਿੰਦੇ ਜਿਹੜੇ ਇੱਕ ਥਾਂ ਤੇ ਖਲੋਣ ਵਾਲੇ, ਪੱਥਰ, ਪਹਾੜ, ਦਰਖਤ, ਜਿਹੜੀਆਂ ਇੱਕ ਥਾਂ ਤੇ ਰਹਿਣ ਵਾਲੀਆਂ ਵਸਤੂਆਂ, ਉਹਨਾਂ ਵਿੱਚ ਵੀ ਉਹ ਜੋਤ ਵਿਆਪਕ ਹੈ। ਜੰਗਮ, ਜਿਨ੍ਹਾਂ ਨੂੰ ਜੰਗਾਂ ਲੱਗੀਆਂ ਹੋਈਆਂ, ਲੱਤਾਂ ਲੱਗੀਆਂ ਹੋਈਆਂ, ਭਾਵੇਂ ਉਹ ਇਨਸਾਨ ਵਾ, ਭਾਵੇਂ ਪਸ਼ੂ ਹੈ, ਭਾਵੇਂ ਪੰਛੀ ਹੈ।
ਅਸਥਾਵਰਾਂ ਵਿੱਚ ਵੀ ਉਹ ਹੈ, ਇੱਕ ਥਾਂ ਤੇ ਰਹਿਣ ਵਾਲਿਆਂ 'ਚ, ਤੁਰਨ ਫਿਰਨ ਵਾਲਿਆਂ ਵਿੱਚ ਵੀ ਉਹਦੀ ਜੋਤ ਵਿਆਪਕ ਹੈ। ਅਸਥਾਵਰ ਜੰਗਮ ਕੀਟ ਪਤੰਗਮ, ਕੀੜਿਆਂ ਵਿੱਚ ਵੀ ਉਹਦੀ ਜੋਤ ਵਿਆਪਕ ਹੈ। ਤੇ ਪਤੰਗਮ ਕੀ ਹੁੰਦਾ? ਕੀੜੇ ਪਤੰਗੇ। ਕੀੜੇ ਉਹ ਹੁੰਦੇ ਆ ਜਿਵੇਂ ਆ ਕੀੜੇ ਕੀੜੀਆਂ ਤੁਰੇ ਫਿਰਦੇ ਆ ਧਰਤੀ ਦੇ ਉੱਤੇ, ਤੇ ਪਤੰਗੇ ਵੀ ਕੀੜੇ ਹੀ ਹੁੰਦੇ ਆ। ਇੰਨਾ ਕੁ ਫਰਕ ਹੁੰਦਾ ਵਾ ਵੀ ਉਹਨਾਂ ਨੂੰ ਖੰਭ ਲੱਗੇ ਹੁੰਦੇ, ਪੈਰ ਵੀ ਹੁੰਦੇ ਉਹਨਾਂ ਦੇ, ਲੱਤਾਂ ਵੀ ਹੁੰਦੀਆਂ ਤੇ ਨਾਲ ਖੰਭ ਵੀ ਹੁੰਦੇ, ਤੁਰ ਵੀ ਸਕਦੇ ਤੇ ਉੱਡ ਵੀ ਸਕਦੇ, ਉਹਨਾਂ ਨੂੰ ਪਤੰਗੇ ਆਖਿਆ। ਤੇ ਭਗਤ ਨਾਮਦੇਵ ਸਾਹਿਬ ਕਹਿੰਦੇ ਉਹਨਾਂ ਵਿੱਚ ਵੀ ਉਹਦੀ ਜੋਤ ਹੈ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਤਾਂ ਉਹ ਵਾਹਿਗੁਰੂ ਪਰਮੇਸ਼ਰ ਦੀ ਜੋਤ ਕਰਕੇ ਹੀ ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ, ਚਾਨਣ ਹੋ ਰਿਹਾ। ਇਹ ਬੋਲਣਾ ਵੀ ਤੇ ਇੱਕ ਚਾਨਣ ਹੀ ਹੈ, ਇਹ ਵੀ ਉਸ ਜੋਤ ਕਰਕੇ, ਉਸ ਪ੍ਰਕਾਸ਼ ਕਰਕੇ ਇਹ ਕਿਰਿਆ ਹੋ ਰਹੀ ਹੈ। ਵੇਖਣਾ ਸੁਣਨਾ ਸਭ ਕੁਝ। ਤੇ ਜਿਸ ਵੇਲੇ ਉਹ ਜੋਤ ਪ੍ਰਭੂ ਆਪਣੇ ਵਿੱਚੋਂ ਖਿੱਚ ਲੈਂਦਾ ਹੈ ਤੇ ਫਿਰ ਬੋਲਿਆ ਨਹੀਂ ਜਾਂਦਾ। ਵੇਖੋ ਸਰੀਰ ਦੇ ਸਾਰੇ ਅੰਗ ਪੂਰੇ ਹੁੰਦੇ ਆ, ਕੋਈ ਵੀ ਘੱਟ ਨਹੀਂ ਹੁੰਦਾ ਤੇ ਕੋਈ ਕਿਰਿਆ ਨਹੀਂ ਹੁੰਦੀ ਜਿਸ ਵੇਲੇ ਜੋਤ ਨਿਕਲ ਜਾਂਦੀ ਵਿੱਚੋਂ। ਉਹ ਵਾਹਿਗੁਰੂ ਨੂੰ ਉਹਨੇ ਪਾਈ ਹੋਈ ਆ ਸੱਤਿਆ ਤੇ ਉਹ ਕੱਢ ਵੀ ਲੈਂਦਾ। ਜਦ ਆਪਣੀ ਜੋਤ ਖਿੰਚੈ ਤੂੰ ਸੁਆਮੀ ਤਬ ਕੋਈ ਕਰੋ ਦਿਖਾ ਵਖਿਆਨਾ। ਫਿਰ ਕੋਈ ਵੇਖਿਆ ਵਖਿਆਨ ਕਰਦਾ। ਇਹ ਸੁਆਮੀ ਮਾਲਕ ਜਦੋਂ ਆਪਣੀ ਜੋਤ ਤੁਸੀਂ ਕੱਢ ਲੈਂਦੇ ਹੋ ਵਿੱਚੋਂ, ਫਿਰ ਕੁਝ ਨਹੀਂ। ਉਸ ਜੋਤ ਕਰਕੇ ਹੀ ਚਾਨਣ ਹੈ। ਫਿਰ ਤਾਂ ਦੀਵਾ ਗੁੱਲ ਹੋ ਜਾਂਦਾ, ਫਿਰ ਤਾਂ ਦੀਵਾ ਬੁਝ ਗਿਆ। ਕਹਿੰਦੇ ਨਾ ਚਿਰਾਗ ਬੁਝ ਗਿਆ, ਦੀਵਾ ਬੁਝ ਗਿਆ। ਜਦੋਂ ਕੋਈ ਚੜ੍ਹਾਈ ਕਰ ਜਾਵੇ, ਜਿਸ ਵੇਲੇ ਕਿਸੇ ਦਾ ਜਨਮ ਹੋਵੇ ਤੇ ਕਹਿੰਦੇ ਵੀ ਇਸ ਘਰ ਦਾ ਦੀਵਾ ਬਲ ਪਿਆ। ਇਹ ਪੁਰਾਣੇ ਸਮੇਂ 'ਚ ਇਹ ਗੱਲਾਂ ਵਰਤੀਆਂ ਜਾਂਦੀਆਂ ਸੀ। ਕਹਿੰਦੇ ਸੀ ਇਸ ਘਰ ਦੇ ਵਿੱਚ, ਇਹਦੇ ਘਰ ਦੇ ਵਿੱਚ ਚਾਨਣਾ ਹੋ ਗਿਆ, ਦੀਵਾ ਬਲ ਪਿਆ। ਤੇ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਸੀ ਕਹਿੰਦੇ ਵੀ ਇਹਦੇ ਘਰ ਦਾ ਤਾਂ ਦੀਵਾ ਹੀ ਬੁਝ ਗਿਆ, ਇਹ ਘਰ ਦਾ ਤੇ ਚਿਰਾਗ ਹੀ ਬੁਝ ਗਿਆ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਜੋਤ ਪ੍ਰਭੂ ਦੀ ਜੋਤ ਕਰਕੇ ਹੀ ਸਾਰਾ ਪ੍ਰਕਾਸ਼ ਹੈ, ਉਹਦੇ ਕਰਕੇ ਸਾਰਾ ਚਾਨਣਾ ਹੈ। ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਤਾਂ ਗਰੀਬ ਨਵਾਜ ਕਹਿੰਦੇ ਉਹ ਸਰਬ ਵਿਆਪਕ ਜੋ ਜੋਤ ਹੈ ਉਸ ਨੂੰ ਇਹ ਪਛਾਣੇ, ਅੰਤਰ ਬਾਹਰ ਏਕ ਪਛਾਣੇ। ਅੰਦਰ ਤੇ ਬਾਹਰ, ਆਪਣੇ ਸਰੀਰ ਦੇ ਅੰਦਰ ਵੀ, ਹਿਰਦੇ ਅੰਦਰ ਤੇ ਬਾਹਰ ਸੰਸਾਰ ਦੇ ਵਿੱਚ ਵੀ ਉਸ ਇੱਕ ਦੀ ਪਛਾਣ ਕਰੇ। ਇਹ ਉਹ ਘਰ ਮਹਿਲ ਸੰਜਾਪੈ। ਇਸ ਤਰ੍ਹਾਂ ਕਰਕੇ ਆਪਣੇ ਘਰ ਵਿੱਚ ਰਹਿੰਦਿਆਂ ਹੋਇਆਂ ਹੀ, ਗ੍ਰਸਤ ਵਿੱਚ ਰਹਿੰਦਿਆਂ ਹੋਇਆਂ, ਧੀਆਂ ਪੁੱਤਰਾਂ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ, ਉਹ ਜਿਹੜਾ ਘਰ ਵਾ ਜਿਸ ਘਰ ਵਿੱਚ ਇਹ ਰਹਿੰਦਾ, ਉਸ ਘਰ ਵਿੱਚ ਰਹਿੰਦੇ ਹੀ ਇਹ ਮਹਿਲ ਨੂੰ ਸੰਜਾਪੇ, ਸਿਆਣ ਲਵੇਗਾ, ਪ੍ਰਭੂ ਦੇ ਸਰੂਪ ਨੂੰ ਸਿਆਣ ਲਵੇਗਾ। ਜਦੋਂ ਪਰਮੇਸ਼ਰ ਨਾਲ ਇਹਦੀ ਪਛਾਣ ਬਣ ਗਈ ਤਾਂ ਘਰ ਨਾਮ ਸਤ ਸੰਗਤ ਦਾ ਵੀ ਹੈ, ਘਰ ਨਾਮ ਇਹਦੇ ਆਪਣੇ ਜਿਸ ਘਰ ਵਿੱਚ ਰਹਿੰਦਾ ਉਸ ਘਰ ਦਾ ਵੀ ਹੈ, ਤੇ ਘਰ ਨਾਮ ਹਿਰਦੇ ਦਾ ਵੀ ਹੈ। ਘਰ ਸਰੀਰ ਨੂੰ ਵੀ ਆਖਿਆ। ਇਹ ਸਰੀਰ ਰੂਪੀ ਘਰ ਦੇ ਵਿੱਚ ਵਾਹਿਗੁਰੂ ਦੇ ਮਹਿਲ ਨੂੰ ਸੰਜਾਪੇ। ਇਸ ਹਿਰਦੇ ਰੂਪੀ ਘਰ ਦੇ ਵਿੱਚ ਗੁਰੂ ਕੇ ਸ਼ਬਦ ਦੁਆਰਾ ਉਸ ਵਾਹਿਗੁਰੂ ਜੀ ਦੇ ਮਹਿਲ ਨੂੰ ਸਿਆਣਨਾ ਕਰੇ। ਪ੍ਰਭ ਨੇੜੇ ਹਰ ਦੂਰ ਨਾ ਜਾਣਹੁ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਉਹ ਪ੍ਰਭੂ ਤੇ ਨੇੜੇ ਆ ਭਾਈ, ਨੇੜੇ ਹੈ। ਉਸ ਹਰੀ ਨੂੰ ਦੂਰ ਨਾ ਜਾਣਨਾ ਕਰੋ। ਪਰ ਇਸ ਜੀਵ ਨੇ ਦੂਰ ਸਮਝਿਆ ਹੋਇਆ। ਨੇੜੇ ਨੇੜੇ ਸਭ ਕੋਈ ਕਹੈ, ਗੁਰਮੁਖ ਭੇਦ ਵਿਰਲਾ ਕੋ ਲਹੈ। ਜਿਵੇਂ ਮਹਾਰਾਜ ਨੇ ਆਰੰਭ ਵਾਲੀ ਪੰਕਤੀ ਜਾ ਕੇ ਨਾ ਕਿ ਪਰਮੇਸ਼ਰ ਇੱਕ ਹੈ, ਵਾਹਿਗੁਰੂ ਇੱਕ ਹੈ, ਇਸ ਤਰ੍ਹਾਂ ਸਾਰੇ ਕਹਿੰਦੇ ਆ ਪਰ ਹਉਮੈ ਨਹੀਂ ਛੱਡਦੇ, ਹੰਕਾਰ ਨਹੀਂ ਛੱਡਦੇ। ਹਉਮੈ ਤੇ ਹੰਕਾਰ ਸਾਰਿਆਂ ਨੂੰ ਵਿਆਪਿਆ ਹੋਇਆ। ਇਸੇ ਤਰ੍ਹਾਂ ਜਿਵੇਂ ਇਹ ਗੱਲ ਕਹੀ ਜਾਂਦੀ ਸੰਸਾਰ ਦੇ ਵਿੱਚ ਵੀ ਪ੍ਰਮਾਤਮਾ ਇੱਕ ਹੈ, ਪ੍ਰਭੂ ਇੱਕ ਹੈ, ਇਸੇ ਤਰ੍ਹਾਂ ਇਹ ਗੱਲ ਵੀ ਸੁਭਾਵਿਕ ਕਹੀ ਜਾਂਦੀ ਹੈ ਕਿ ਪਰਮੇਸ਼ਰ ਨੇੜੇ ਹੈ, ਨੇੜੇ ਹੈ। ਇਹ ਵੀ ਗੱਲ ਕਹੀ ਜਾਂਦੀ। ਭੈਰੋ ਰਾਗ ਵਿੱਚ ਪੰਜਵੇਂ ਪਾਤਸ਼ਾਹ ਦਾ ਬਚਨ ਆਉਂਦਾ ਹੈ। ਮਹਾਰਾਜ ਕਹਿੰਦੇ ਵੀ ਨੇੜੇ ਨੇੜੇ ਤੇ ਸਾਰੇ ਹੀ ਕਹਿੰਦੇ ਆ, ਪਰ ਬੁੱਝਦਾ ਕੋਈ ਵਿਰਲਾ ਹੀ ਆ। ਨਹੀਂ ਤੇ ਨੇੜੇ ਵੀ, ਨੇੜੇ ਕਹਿ ਕੇ ਵੀ ਬੁਰੇ ਕੰਮ ਕਰੀ ਜਾਂਦੇ, ਕੁਕਰਮ ਕਰੀ ਜਾਂਦੇ। ਨੇੜੇ ਰਹਿ ਕੇ ਵੀ ਧਾਰਮਿਕ ਸਥਾਨਾਂ ਤੇ ਵੀ ਕਈ ਕੁਕਰਮ ਕਰੀ ਜਾਂਦੇ।
ਮਹਾਰਾਜ ਸਾਹਿਬ ਜੀ ਨੇ ਤਾਂ ਹੀ ਇਹ ਬਚਨ ਕਹੇ ਨਾ, ਕਾਲ ਨਾਹੀ ਜੋਗ ਨਾਹੀ ਸਤ ਕਾ ਢਾਲੋ, ਥਾ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਏਵ ਜਗ। ਵੀ ਜਿਹੜੇ ਇਸ਼ਟਾਂ ਦੇ ਥਾਂ ਉਹ ਵੀ ਭ੍ਰਿਸ਼ਟ ਹੋ ਗਏ। ਥਾ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਏਵ ਜਗ। ਤੇ ਸੰਸਾਰ ਇਸ ਤਰ੍ਹਾਂ ਡੁੱਬ ਰਿਹਾ ਵੀ ਮੂੰਹ ਤੋਂ ਨੇੜੇ ਨੇੜੇ ਕਹਿੰਦਾ ਵਾ ਤੇ ਧਾਰਮਿਕ ਸਥਾਨਾਂ ਤੇ ਆ ਕੇ ਵੀ ਕੁਕਰਮ ਕਰ ਜਾਂਦੇ। ਚੋਰੀ ਜਾਰੀ ਠੱਗੀ ਬੇਈਮਾਨੀ ਲੁੱਟ ਖੋਹ ਹੇਰਾ ਫੇਰੀ, ਇਹ ਸਾਰਾ ਕੁਝ ਜਿਸ ਨੂੰ ਮਹਾਰਾਜ ਨੇ ਇਸ ਤਰ੍ਹਾਂ ਵੀ ਆਖਿਆ, ਨਹਾਵਣ ਚੱਲੇ ਤੀਰਥੀ ਮਨ ਖੋਟਾ ਤਨ ਚੋਰ, ਇੱਕ ਭਉ ਲੱਥੀ ਨਾਤਿਆ ਦੋਏ ਭਾ ਚੜੀਅਸ ਹੋਰ। ਇੱਕ ਹਿੱਸਾ ਜਿਹੜਾ ਵਾ, ਇੱਕ ਹਿੱਸਾ ਮੈਲ ਦਾ ਨਹਾ ਕੇ ਲੱਥਾ, ਇੱਕ ਪਾਪ ਲੱਥਾ ਤੇ ਦੋ ਹੋਰ ਚੜ ਗਏ, ਕਿਉਂਕਿ ਉੱਥੇ ਕੁਕਰਮ ਕੀਤਾ, ਪਾਪ ਕੀਤਾ। ਬਾਹਰ ਧੋਤੀ ਤੁਮੜੀ ਅੰਦਰ ਵੇਸਨ ਕੋਰ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਹਾਲਤ ਹੋ ਗਈ ਕਿ ਤੁਮੜੀ ਜਿਹੜੀ ਹੈ ਉਹ ਬਾਹਰੋਂ ਧੋਤੀ, ਅੰਦਰੋਂ ਉਹਦਾ ਜ਼ਹਿਰ ਨਹੀਂ ਗਿਆ, ਵੀ ਕੁਕਰਮ ਨਹੀਂ ਛੱਡੇ। ਤੇ ਧਾਰਮਿਕ ਸਥਾਨ ਤੇ ਜਦੋਂ ਆ ਕੇ ਕੋਈ ਪਾਪ ਕਰਦਾ ਹੈ ਉਹਨੂੰ ਫਿਰ ਜ਼ਿਆਦਾ ਪਾਪ ਦਾ ਫਲ ਮਿਲਦਾ ਹੈ। ਜਿਵੇਂ ਧਾਰਮਿਕ ਸਥਾਨ ਦੇ ਪੁੰਨ ਦਾ ਫਲ ਵੀ ਜ਼ਿਆਦਾ ਮਿਲਦਾ, ਨਾਮ ਜਪਣ ਦਾ ਬਾਣੀ ਪੜ੍ਹਨ ਦਾ ਵੀ ਫਲ ਜ਼ਿਆਦਾ ਮਿਲਦਾ ਵਾ ਇਤਿਹਾਸਕ ਸਥਾਨ ਤੇ, ਧਾਰਮਿਕ ਸਥਾਨ ਤੇ। ਉੱਥੇ ਭਾਵਨਾ ਸ਼ਰਧਾ ਜ਼ਿਆਦੀ ਬਣਦੀ। ਤੇ ਜਿਹੜਾ ਉੱਥੇ ਕੋਈ ਆ ਕਰਕੇ ਚੋਰੀ ਕਰਦਾ, ਜਾਰੀ ਕਰਦਾ, ਕੁਕਰਮ ਕਰਦਾ, ਹੇਰਾ ਫੇਰੀ ਕਰਦਾ, ਫਿਰ ਉਹਦਾ ਪਾਪ ਵੀ ਦੁੱਗਣਾ ਚੌਗਣਾ ਹੀ ਮਿਲਦਾ ਉੱਥੇ, ਕਿਉਂਕਿ ਉਹ ਪਵਿੱਤਰ ਸਥਾਨ ਤੇ ਪਾਪ ਕੀਤਾ, ਇਤਿਹਾਸਕ ਸਥਾਨ ਤੇ ਕੀਤਾ। ਇਸ ਤਰ੍ਹਾਂ ਗਰੀਬ ਨਵਾਜ ਸਾਹਿਬ ਅੰਮ੍ਰਿਤ ਬਾਣੀ 'ਚ ਕਹਿੰਦੇ ਵੀ ਨੇੜੇ ਨੇੜੇ ਤੇ ਸਭ ਕੋਈ ਕਹਿੰਦਾ ਵਾ, ਪਰ ਸਮਝਦਾ ਕੋਈ ਵਿਰਲਾ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਕਹਿੰਦੇ ਵੀ ਜਿਸ ਨੇ ਨੇੜੇ ਬੁੱਝ ਲਿਆ ਪਰਮੇਸ਼ਰ ਨੂੰ, ਉਹ ਬੁਰਾ ਕਿਵੇਂ ਕਰੇਗਾ। ਉਹਦੇ ਤੋਂ ਬੁਰਾ ਹੁੰਦਾ ਹੀ ਨਹੀਂ। ਉਹ ਝੂਠ ਬੋਲ ਹੀ ਨਹੀਂ ਸਕਦਾ ਵੀ ਦੁਨੀਆ ਨਹੀਂ ਵਹਿੰਦੀ, ਪਰ ਪ੍ਰਮਾਤਮਾ ਤੇ ਵਹਿੰਦਾ ਵਾ। ਉਹ ਚੋਰੀ ਕਰ ਹੀ ਨਹੀਂ ਸਕਦਾ। ਉਹ ਕਹਿੰਦਾ ਵੀ ਠੀਕ ਆ, ਭਾਵੇਂ ਇੱਥੇ ਕੈਮਰਾ ਨਹੀਂ ਵੀ ਲੱਗਾ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਪਰਮੇਸ਼ਰ ਤਾਂ ਵਹਿੰਦੇ ਹੀ ਆ ਨਾ। ਜੇ ਮੈਂ ਚੋਰੀ ਕਰਾਂਗਾ, ਇਹ ਵਾਹਿਗੁਰੂ ਤੇ ਵਹਿੰਦਾ ਹੀ ਆ ਨਾ। ਮਹਾਰਾਜ ਕਹਿੰਦੇ ਜਿਸ ਨੇ ਨੇੜੇ ਬੁੱਝਿਆ ਪ੍ਰਮਾਤਮਾ ਨੂੰ, ਉਹ ਤਾਂ ਉਹਦੇ ਤੋਂ ਡਰਦਾ ਰਹਿੰਦਾ ਹਰ ਵੇਲੇ। ਉਹ ਬੁਰਾ ਨਹੀਂ ਉਹਦੇ ਤੋਂ ਹੁੰਦਾ, ਬੁਰਾ ਕਰਦਾ ਹੀ ਨਹੀਂ। ਤੇ ਜਿਸ ਨੇ ਨੇੜੇ ਸਿਰਫ ਮੂੰਹ ਤੋਂ ਆਖਿਆ ਹੀ ਵੀ ਪ੍ਰਮਾਤਮਾ ਨੇੜੇ ਆ, ਹਿਰਦਿਓਂ ਸਮਝਿਆ ਨਹੀਂ, ਤੇ ਉਹ ਫਿਰ ਔਗਣ ਕਰਦਾ, ਉਹ ਚੋਰੀ ਜਾਰੀ ਕਰਦਾ, ਠੱਗੀ ਮਾਰਦਾ। ਤਾਂ ਇਸ ਕਰਕੇ ਗਰੀਬ ਨਵਾਜ ਕਹਿੰਦੇ ਪ੍ਰਭੂ ਹੈ ਤਾਂ ਨੇੜੇ ਆ, ਪਰ ਬੰਦਿਆਂ ਤੋਂ ਸਮਝਦਾ ਨਹੀਂ, ਉਸ ਨੂੰ ਨੇੜੇ ਜਾਣ, ਨੇੜੇ ਪਛਾਣ। ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਜਿਹੜਾ ਨੇੜੇ ਬੁੱਝ ਲੈਂਦਾ ਵਾ, ਉਹ ਬੁਰਾ ਕਿਵੇਂ ਕਰੇਗਾ, ਉਹਦੇ ਤੋਂ ਬੁਰਾ ਹੁੰਦਾ ਹੀ ਨਹੀਂ। ਪ੍ਰਭ ਨੇੜੈ ਹਰ ਦੂਰ ਨਾ ਜਾਣਹੁ। ਉਹ ਪ੍ਰਭੂ ਨੇੜੇ ਹੈ, ਪ੍ਰਮਾਤਮਾ ਨੇੜੇ ਹੈ, ਹਰ ਥਾਂ ਤੇ ਵਸਣ ਵਾਲਾ ਹੈ। ਸਤਿਗੁਰੂ ਕਹਿੰਦੇ ਉਸ ਨੂੰ ਦੂਰ ਨਾ ਜਾਣੋ, ਉਹਦੇ ਭੈ ਨੂੰ ਹਿਰਦੇ ਵਿੱਚ ਧਾਰਨ ਕਰੋ। ਇੱਕੋ ਸ੍ਰਿਸ਼ਟ ਸਬਾਈ। ਉਹ ਇੱਕ ਹੁੰਦਿਆਂ ਵੀ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੋ ਰਿਹਾ ਹੈ। ਸਾਰੀ ਸ੍ਰਿਸ਼ਟੀ ਦੇ ਵਿੱਚ ਆਪ ਬੈਠਾ ਹੋਇਆ। ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚਾ ਕਾ ਵਿੱਚ ਵਾਸ। ਸੱਚੇ ਦਾ ਵਿੱਚ ਵਾਸਾ, ਬਾਹਰ ਨਹੀਂ ਵਾਸਾ। ਇਹ ਨਹੀਂ ਕਿ ਉਹਨੇ ਸੰਸਾਰ ਰਚ ਕੇ ਆਪ ਕਿਸੇ ਕੰਢੇ ਤੇ ਬਹਿ ਗਿਆ, ਜਾ ਕਿਨਾਰੇ ਤੇ ਬਹਿ ਗਿਆ, ਵਿੱਚ ਬੈਠਾ ਹੋਇਆ। ਇਸ ਨੂੰ ਮਹਾਰਾਜ ਸਾਹਿਬ ਕਹਿੰਦੇ ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਲ ਸੋਏ। ਗਰੀਬ ਨਵਾਜ ਕਹਿੰਦੇ ਸਾਰੇ ਪਾਸੇ ਉਹ ਵਿਆਪਕ ਹੋ ਰਿਹਾ। ਇੱਕੋ ਸ੍ਰਿਸ਼ਟ ਸਬਾਈ, ਇੱਕੋ ਪਰਮੇਸ਼ਰ ਸ੍ਰਿਸ਼ਟ ਸਬਾਈ। ਸਬਾਈ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੋ ਰਿਹਾ। ਜਿਹੜਾ ਸਾਰੇ ਥਾਵਾਂ ਤੇ ਵਿਆਪਕ ਹੈ, ਉਸ ਨੂੰ ਭਾਈ ਤੂੰ ਵੀ ਨੇੜੇ ਸਮਝ। ਉਹ ਹੈ ਤਾਂ ਨੇੜੇ ਹੀ। ਸਤਿਗੁਰੂ ਕਹਿੰਦੇ ਨੇੜੇ ਹੁੰਦਿਆਂ ਜੀਵ ਉਸ ਤੋਂ ਦੂਰ ਕਿਵੇਂ ਹੋ ਰਿਹਾ, ਕਿਉਂਕਿ ਇਹਨੇ ਉਹਦਾ ਚੇਤਾ ਹੀ ਭੁਲਾ ਦਿੱਤਾ। ਮਹਾਰਾਜ ਕਹਿੰਦੇ ਉਹ
ਪਰਮੇਸ਼ਰ ਹੈ ਨੇੜੇ, ਪਰ ਇਹ ਜੀਵ ਨੇ ਉਹਦਾ ਚੇਤਾ ਭੁਲਾ ਦਿੱਤਾ। ਗੁਰਬਾਣੀ ਚੇਤਾ ਹੀ ਕਰਾਉਂਦੀ ਵਾਰ-ਵਾਰ। ਪਰਮੇਸ਼ਰ ਤਾਂ ਨੇੜੇ ਹੀ ਹੈ, ਅੰਦਰ ਬਾਹਰ ਵਸਦਾ ਹੈ, ਪਰ ਮਹਾਰਾਜ ਕਹਿੰਦੇ ਇਹ ਸਮਝਦਾ ਨਹੀਂ। ਇਸ ਨੇ ਦੂਰ ਜਾਣਿਆ ਹੋਇਆ ਵੀ ਉਹ ਕਿਤੇ ਦੂਰ ਹੈ, ਤੇ ਜਿਨ੍ਹਾਂ ਪ੍ਰਭੂ ਦੇ ਪਿਆਰਿਆਂ ਨੇ ਨੇੜੇ ਸਮਝਿਆ ਹੈ ਤੇ ਉਹਨਾਂ ਨੂੰ ਪ੍ਰਤੱਖ ਪਰਮੇਸ਼ਰ ਦੇ ਦਰਸ਼ਨ ਹੋਏ ਆ। ਉਹ ਸਾਰੇ ਥਾਵਾਂ ਤੇ ਜਰੇ ਜਰੇ ਵਿੱਚ ਕਰਦੇ ਹਨ ਵੀ ਹਰ ਇੱਕ ਥਾਂ ਤੇ ਉਹ ਵਿਆਪਕ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹੇ ਉਪਕਾਰ, ਸੰਤ ਜਨਾਂ ਨੇ ਪੁਕਾਰ ਕੇ ਆਖਿਆ। ਇੱਕੋ ਹੀ ਉਹ ਪਰਮੇਸ਼ਰ ਸਾਰੀ ਸ੍ਰਿਸ਼ਟੀ ਦੇ ਵਿੱਚ ਪਰਿਪੂਰਨ ਹੋ ਰਿਹਾ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤਰ ਰਮਣਨ, ਨਾਨਕ ਆਗਨ ਆਸਨ ਜਗਦੀਸ਼ਰ ਹੈ। ਵੇਖਣ ਸੁਣਨ ਸੁਨਾਵਨੋ, ਮਨ ਮਹਿ ਦ੍ਰਿੜੀਐ ਸਾਚ। ਪੂਰ ਰਹਿਓ ਸਰਬਤਰ ਮੈਂ, ਨਾਨਕ ਹਰ ਰੰਗ ਰਾਜ। ਇੱਕ ਪੰਡਤ ਕਥਾ ਕਰਿਆ ਕਰੇ। ਪੰਡਤ ਨਾਮ ਉਂਝ ਵਿਦਵਾਨ ਦਾ ਹੀ ਹੁੰਦਾ। ਗੁਰਬਾਣੀ ਅੰਦਰ ਪੰਡਤ ਵਿਦਵਾਨ ਨੂੰ ਆਖਿਆ। ਉਹ ਬ੍ਰਾਹਮਣ ਵੇਦਾਂ ਸ਼ਾਸਤਰਾਂ ਦੀ ਕਥਾ ਕਰਦਾ ਹੈ, ਤੇ ਜਿੱਥੇ ਹੋਰ ਲੋਕ ਕਥਾ ਸੁਣਨ ਵਾਸਤੇ ਆਉਂਦੇ, ਇੱਕ ਬਾਣੀਆਂ ਵੀ ਕਥਾ ਸੁਣਨ ਵਾਸਤੇ ਆਉਂਦਾ। ਉਹਦੀ ਦੁਕਾਨ ਹੈ ਬਾਜ਼ਾਰ ਦੇ ਵਿੱਚ, ਤੇ ਰੋਜ਼ ਕਥਾ ਸੁਣਨ ਵਾਸਤੇ ਆਉਂਦਾ। ਇੱਕ ਦਿਨ ਕੁਝ ਸਮਾਂ ਵੱਧ ਲੱਗ ਗਿਆ, ਪਿੱਛੇ ਕੋਈ ਦੁਕਾਨ ਤੇ ਗਾਹਕ ਆ ਗਏ, ਤੇ ਉਹ ਬਾਣੀਏ ਦੇ ਘਰ ਵਾਲੀ ਨੇ ਆਪਣੇ ਮੁੰਡੇ ਨੂੰ ਭੇਜਿਆ ਵੀ ਜਾ ਆਪਣੇ ਪਿਤਾ ਜੀ ਨੂੰ ਬੁਲਾ ਕੇ ਲਿਆਓ, ਕਥਾ ਸੁਣਦੇ ਅੱਜ ਜ਼ਿਆਦਾ ਸਮਾਂ ਲੱਗ ਗਿਆ। ਤੇ ਜਿਸ ਵੇਲੇ ਉਹ ਬਾਣੀਏ ਦਾ ਪੁੱਤਰ ਬੁਲਾਉਣ ਵਾਸਤੇ ਆਇਆ ਤੇ ਉਹਨੇ ਆਖਿਆ ਵੀ ਕਾਕਾ ਬੈਠ ਜਾ, ਬਹਿ ਜਾ, ਕਥਾ ਸਮਾਪਤ ਹੋਣ ਵਾਲੀ ਹੈ, ਥੋੜੀ ਰਹਿ ਗਈ ਆ, ਤੇ ਹੁਣ 5-7 ਮਿੰਟ ਹੀ ਹੋਰ ਹੋਣੀ ਹੈ, ਕਥਾ ਤੇ ਸਮਾਪਤ ਹੋ ਜਾਣੀ ਹੈ, ਤੇ ਫਿਰ ਚੱਲਦੇ। ਉਹ ਪਹਿਲੇ ਦਿਨ ਆਇਆ ਸੀ ਬਾਣੀਏ ਦਾ ਪੁੱਤਰ। ਉਹਨੇ ਸੁਣੀ ਤੇ ਪੰਡਤ ਜੀ ਦੱਸ ਰਹੇ ਆ ਵੀ ਪਰਮੇਸ਼ਰ ਇੱਕ ਵਾ ਤੇ ਉਹ ਸਰਬ ਵਿਆਪਕ ਆ, ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਦਾ ਹੀ ਵਾਸਾ ਹੈ, ਪਰਮੇਸ਼ਰ ਦਾ ਹੀ ਵਾਸਾ ਹੈ। ਉਹ ਜਿਹੜੀ ਗੱਲ ਸੀ ਉਹ ਉਹਦੇ ਬੱਚੇ ਦੇ ਹਿਰਦੇ ਵਿੱਚ ਵਸੀ ਵੀ ਪ੍ਰਮਾਤਮਾ ਇੱਕ ਆ ਤੇ ਸਾਰਿਆਂ ਵਿੱਚ ਵਸਦਾ ਹੈ। ਹੁਣ ਪਿਤਾ ਰੋਜ਼ ਸੁਣਨ ਵਾਸਤੇ ਆਉਂਦਾ ਸੀ ਬਾਣੀਆਂ। ਉਹ ਪੁੱਤਰ ਪਹਿਲੇ ਦਿਨ ਆਇਆ, ਉਹਨੇ ਇਹ ਇੰਨੀ ਕੀ ਗੱਲ ਸੁਣੀ ਵੀ ਪ੍ਰਮਾਤਮਾ ਸਾਰਿਆਂ ਦੇ ਵਿੱਚ ਵਸਿਆ ਹੋਇਆ। ਜਦੋਂ ਗਏ, ਸਮਾਪਤੀ ਹੋਈ, ਘਰੇ ਗਏ, ਉਹਨੇ ਆਖਿਆ ਵੀ ਚੱਲ ਪੁੱਤਰ ਤੂੰ ਜਾ ਕੇ ਦੁਕਾਨ ਖੋਲ ਤੇ ਸੌਦਾ ਦੇ, ਤੇ ਮੈਂ ਆਉਣਾ ਵਾ ਥੋੜੇ ਸਮੇਂ ਬਾਅਦ। ਉਹ ਮੁੰਡੇ ਨੇ ਜਾ ਕੇ ਦੁਕਾਨ ਖੋਲੀ, ਤੇ ਜਿਹੜਾ ਗਾਹਕ ਆਇਆ ਸੀ ਉਹਨੂੰ ਸੌਦਾ ਦਿੱਤਾ, ਤੇ ਉੱਥੇ ਦੁਕਾਨ ਤੇ ਬਹਿ ਗਿਆ। ਇੰਨੇ ਚਿਰ ਨੂੰ ਇੱਕ ਗਾਂ ਆ ਗਈ ਤੁਰਦੀ ਤੁਰਦੀ ਬਾਜ਼ਾਰ ਦੇ ਵਿੱਚ। ਉਹ ਸੌਦਾ ਸਾਰਾ ਚੁੱਕ ਕੇ ਰੱਖਿਆ, ਜਿਵੇਂ ਬਾਹਰ ਵੀ ਟਿਕਾਇਆ ਜਾਂਦਾ ਨਾ ਦੁਕਾਨ ਤੋਂ। ਉਹ ਖਲ ਦੀ ਬੋਰੀ ਖੋਲ ਕੇ ਵੀ ਬਾਹਰ ਰੱਖੀ ਸੀ, ਹੋਰ ਵੀ ਰੱਖਿਆ। ਉਹ ਗਾਂ ਆ ਕੇ ਤੇ ਖਲ ਦੇ ਤੋੜੇ ਤੇ ਲੱਗ ਗਈ ਖਲ ਖਾਣ। ਤੇ ਉਹ ਮੁੰਡੇ ਨੇ ਆਖਿਆ ਵੀ ਇਹਨੂੰ ਨਹੀਂ ਆਪਾਂ ਰੋਕਣਾ, ਅੱਜ ਹੀ ਕਥਾ ਸੁਣ ਕੇ ਆਂਦੀ ਵੀ ਪ੍ਰਮਾਤਮਾ ਸਾਰਿਆਂ 'ਚ ਵਸਦਾ ਵਾ, ਤੇ ਗਾਂ 'ਚ ਵੀ ਤੇ ਪ੍ਰਮਾਤਮਾ ਦਾ ਹੀ ਵਾਸਾ ਨੇ, ਇਹਨੂੰ ਖਾ ਲੈਂਦੀ ਜਿੰਨੀ ਖਾਂਦੀ। ਉਹ ਖਲ ਜਿਹੜੀ ਹੈ ਖਾ ਰਹੀ ਹੈ ਗਾਂ, ਤੋੜੇ ਤੇ ਲੱਗੀ ਹੋਈ। ਖੋਲ ਕੇ ਰੱਖੇ ਹੁੰਦੇ ਨਾ ਬਾਹਰ ਵੇਚਣ ਵਾਸਤੇ, ਵਿਖਾਉਣ ਵਾਸਤੇ। ਇੰਨੇ ਚਿਰ ਨੂੰ ਆ ਗਿਆ ਬਾਣੀਆਂ। ਉਹਨੇ ਆਉਂਦਿਆ ਸਾਰ ਉਹਨੇ ਕਿਹਾ ਤੈਨੂੰ ਆਖਿਆ ਦੁਕਾਨ ਖੋਲ ਦੇ, ਤੂੰ ਆ ਗਾਂ ਲੱਗੀ ਖਲ ਖਾਈ ਜਾਂਦੀ, ਇਹਨੂੰ ਮੋੜਿਆ ਨਹੀਂ। ਉਹਨੇ ਕਿਹਾ ਪਿਤਾ ਜੀ ਅੱਜ ਹੀ ਤਾਂ ਕਥਾ 'ਚ ਸਵੇਰੇ ਸੁਣਿਆ, ਤੁਸੀਂ ਤੇ ਰੋਜ਼ ਕਥਾ ਸੁਣਦੇ ਜੇ, ਮੈਂ ਪਹਿਲੇ ਦਿਨ ਹੀ ਗਿਆ ਸੀ ਅੱਜ। ਤੇ ਉੱਥੇ ਆਖਿਆ ਕਿ ਪ੍ਰਮਾਤਮਾ ਸਾਰਿਆਂ ਦੇ ਵਿੱਚ ਵਸਦਾ ਵਾ, ਇੱਕੋ ਪ੍ਰਭੂ ਦੇ ਸਾਰਿਆਂ 'ਚ ਉਹਦਾ ਵਾਸਾ, ਤੇ ਗਾਂ 'ਚ ਵੀ ਉਹਦਾ ਵਾਸਾ, ਕੋਈ ਗੱਲ ਨਹੀਂ, ਖਾ ਲੈਂਦੀ। ਉਹਨੇ ਡੰਡੇ ਮਾਰੇ ਤੇ ਭਜਾ ਦਿੱਤੀ ਗਾਂ। ਕਹਿੰਦਾ ਵੀ ਕਥਾ ਦੀਆਂ ਗੱਲਾਂ ਉੱਥੇ ਹੀ ਛੱਡ ਦੇਈਦੀਆਂ ਹੁੰਦੀਆਂ, ਨਾਲ ਨਹੀਂ ਲੈ ਕੇ ਆਈਦੀਆਂ। ਜੇ ਇਸ ਤਰ੍ਹਾਂ ਕਰਨ ਲੱਗੇ ਤੇ ਆਪਾਂ ਤਾਂ ਠੱਗੇ ਜਾਵਾਂਗੇ, ਲੁੱਟੇ ਜਾਵਾਂਗੇ। ਵੀ ਇਹ ਕਹਿਣ ਮਾਤਰ ਕਹਿਣਾ ਤੇ ਸੁਣਨ ਮਾਤਰ ਸੁਣਨਾ, ਪਰ ਹਿਰਦੇ ਵਿੱਚ ਵਸਣੀ ਗੱਲ ਕੋਈ ਹੋਰ ਵਾ। ਮਹਾਰਾਜ ਕਹਿੰਦੇ ਪ੍ਰਭ ਨੇੜੇ ਹਰ ਦੂਰ ਨਾ ਜਾਣ ਹੋਏ, ਇੱਕੋ ਸ੍ਰਿਸ਼ਟ ਸਬਾਈ। ਇੱਕੋ ਹੀ ਪ੍ਰਭੂ ਸਾਰਿਆਂ ਵਿੱਚ ਸਮਾਇਆ ਹੋਇਆ। ਇਹ ਅਵਸਥਾ ਬਣਨੀ ਹੈ ਕਿਸੇ ਵਿਰਲੇ ਦੀ, ਭਾਗਾਂ ਵਾਲੇ ਦੀ ਬਣਦੀ।
ਹੁਣ ਉਹ ਜਿਹੜਾ ਪੁੱਤਰ ਸੀ ਉਹਦੇ ਹਿਰਦੇ 'ਚ ਭਾਵ ਬੈਠਾ ਵੀ ਕੋਈ ਪ੍ਰਮਾਤਮਾ, ਘਾਟਾ ਤੇ ਕੋਈ ਨਹੀਂ ਪੈਣ ਲੱਗਾ ਜੇ 2-4 ਕਿਲੋ ਖਲ ਖਾ ਵੀ ਗਈ ਗਾਂ। ਪਰ ਗੱਲ ਇੱਕ, ਇਹ ਤਾਂ ਭਗਤ ਨਾਮਦੇਵ ਸਾਹਿਬ ਜੀ ਦੀ ਅਵਸਥਾ ਬਣੀ। ਉਹਨਾਂ ਨੇ ਹਰ ਇੱਕ ਥਾਂ ਦੇ ਵਿੱਚ ਹੀ ਪ੍ਰਮਾਤਮਾ ਨੂੰ ਤੱਕਿਆ, ਹਰੇਕ ਥਾਂ ਦੇ ਵਿੱਚ। ਵੇਖੋ ਉਹਨਾਂ ਨੇ ਆਪਣੇ ਬਚਨਾਂ 'ਚ ਕਹਿ ਦਿੱਤਾ ਵੀ ਕੀੜਿਆਂ ਪਤੰਗਿਆਂ 'ਚ ਵੀ ਉਹਦੀ ਜੋਤ ਹੈ। ਹਰ ਇੱਕ ਥਾਂ ਤੇ ਪ੍ਰਭੂ ਦਾ ਹੀ ਵਾਸਾ ਹੈ, ਹਰ ਇੱਕ ਥਾਂ ਤੇ। ਜਦੋਂ ਹਰ ਇੱਕ ਥਾਂ ਤੇ ਹੈ ਫਿਰ ਬੰਦਾ ਕਿਸੇ ਦਾ ਬੁਰਾ ਕਰ ਹੀ ਨਹੀਂ ਸਕਦਾ। ਫਿਰ ਅਸਲ ਭਾਵ ਜਿਹੜੇ ਰੋਜ਼ ਅਰਦਾਸ 'ਚ ਪੜ੍ਹੇ ਜਾਂਦੇ ਉਹ ਹਿਰਦੇ 'ਚ ਵਸਣਗੇ ਜਦੋਂ ਇਹ ਗੱਲ ਸਮਝ ਪੈ ਗਈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਸਰਬੱਤ ਦਾ ਭਲਾ ਕਰਨ ਵਾਲੀ ਗੱਲ ਅਸਲੀਅਤ ਵਿੱਚ ਅੰਦਰੋਂ ਪ੍ਰਗਟ ਹੋਵੇਗੀ। ਜਦੋਂ ਇਸ ਗੱਲ ਨੂੰ ਸਮਝ ਲਿਆ ਵੀ ਇੱਕੋ ਸ੍ਰਿਸ਼ਟ ਸਬਾਈ, ਕੋਈ ਪ੍ਰਭੂ ਸਾਰਿਆਂ ਵਿੱਚ ਸਮਾਇਆ ਹੋਇਆ। ਸਿੰਘਾਂ ਨੇ ਸ਼ਿਕਾਇਤ ਲਾਈ ਦਸ਼ਮੇਸ਼ ਪਾਤਸ਼ਾਹ ਦੇ ਕੋਲੇ, ਮਹਾਰਾਜ ਆ ਭਾਈ ਕਨ੍ਹਈਆ ਸਿੰਘ ਇਹ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ, ਅਸੀਂ ਜੰਗ ਕਰਦੇ ਹਾਂ, ਫੱਟੜ ਕਰਦੇ ਹਾਂ, ਮਾਰਦੇ ਹਾਂ, ਇਹ ਜ਼ਖਮੀਆਂ ਨੂੰ ਪਾਣੀ ਪਿਆ ਪਿਆ ਕੇ ਸਾਡੇ ਮੁਕਾਬਲੇ ਤੇ ਫਿਰ ਸਾਹਮਣੇ ਖੜੇ ਕਰੀ ਜਾਂਦਾ। ਇਹ ਦੁਸ਼ਮਣਾਂ ਨਾਲ ਰਲਿਆ ਹੋਇਆ। ਮਾਰੇ ਕਹਿੰਦੇ ਬੁਲਾ ਕੇ ਲਿਆਓ ਭਾਈ ਕਨ੍ਹਈਆ ਸਿੰਘ ਨੂੰ। ਭਾਈ ਕਨ੍ਹਈਏ ਸਿੰਘ ਨੂੰ ਬੁਲਾ ਕੇ ਲਿਆਂਦਾ। ਮਾਰੇ ਕਹਿੰਦੇ ਸਿੰਘਾ ਤੇਰੀ ਸ਼ਿਕਾਇਤ ਆਈ ਵੀ ਸਿੰਘਾਂ ਨੇ ਕੀਤੀ ਆ ਵੀ ਤੂੰ ਦੁਸ਼ਮਣਾਂ ਨਾਲ ਰਲਿਆ ਹੋਇਆ, ਤੂੰ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ। ਕਹਿੰਦਾ ਮਹਾਰਾਜ ਮੈਨੂੰ ਤਾਂ ਕੋਈ ਦੁਸ਼ਮਣ ਦਿਸਦਾ ਹੀ ਨਹੀਂਗਾ। ਮਹਾਰਾਜ ਮੈਂ ਤੇ ਆਪ ਜੀ ਦਾ ਉਪਦੇਸ਼ ਜਿਹੜਾ ਸੁਣਿਆ, ਤੁਸੀਂ ਆਖਿਆ ਵੀ ਪ੍ਰਮਾਤਮਾ ਸਰਬ ਵਿਆਪਕ ਆ, ਉਹ ਸਾਰਿਆਂ ਵਿੱਚ ਵਸਦਾ, ਆਸਤਕਾਂ ਵਿੱਚ ਵੀ ਵਸਦਾ, ਨਾਸਤਕਾਂ ਵਿੱਚ ਵੀ ਵਸਦਾ, ਆਪਣੇ ਆਪਣੇ ਸਾਰਿਆਂ 'ਚ ਹੀ ਉਹਦਾ ਵਾਸਾ ਵਾ, ਉਹਦੇ ਵਾਸਤੇ ਕੋਈ ਆਪਣਾ ਪਰਾਇਆ ਹੈ ਹੀ ਨਹੀਂ। ਮਹਾਰਾਜ ਮੈਨੂੰ ਤਾਂ ਸਾਰੇ ਪਾਸੇ ਤੁਸੀਂ ਦਿਸਦੇ ਹੋ, ਸਾਰੇ ਪਾਸੇ ਪ੍ਰਮਾਤਮਾ ਹੀ ਦਿਸਦਾ। ਮੈਂ ਤਾਂ ਮਹਾਰਾਜ ਤੁਹਾਨੂੰ ਹੀ ਪਾਣੀ ਪਿਆਉਣਾ ਵਾ, ਮੈਂ ਤਾਂ ਪਿਆਸੇ ਨੂੰ ਪਾਣੀ ਪਿਆਉਣਾ ਵਾ, ਮੈਨੂੰ ਕੋਈ ਦੁਸ਼ਮਣ ਤੇ ਮਿੱਤਰ ਨਹੀਂ ਦਿਸਦਾ। ਤੇ ਮਹਾਰਾਜ ਕਹਿੰਦੇ ਸ਼ਾਬਾਸ਼ ਭਾਈ ਕਨ੍ਹਈਆ, ਆ ਮਲਮ ਪੱਟੀ ਵੀ ਲੈ ਜਾ ਨਾਲ। ਜਿੱਥੇ ਪਾਣੀ ਪਿਆਉਣ ਦੀ ਸੇਵਾ ਕਰਦਾ ਨਾ, ਉੱਥੇ ਜਿਹੜਾ ਜ਼ਖਮੀ ਹੋਵੇ ਉਹਦੇ ਮਲਮ ਵੀ ਲਾ ਦਿਆ ਕਰ ਜ਼ਖਮਾਂ ਦੇ ਉੱਤੇ, ਤੇ ਪੱਟੀ ਵੀ ਕਰ ਦਿਆ ਕਰ। ਹੈ ਦੋਵੇਂ ਹੀ ਸੇਵਾ ਕਰ ਰਹੇ, ਜਿਹੜੇ ਜੰਗ ਕਰ ਰਹੇ ਤਲਵਾਰਵਾਰ ਹੈ ਉਹ ਵੀ ਮਹਾਰਾਜ ਸਾਹਿਬ ਦੇ ਹੁਕਮ ਦੇ ਵਿੱਚ ਹੀ ਆ, ਤੇ ਭਾਈ ਕਨ੍ਹਈਆ ਸਿੰਘ ਵੀ ਮਹਾਰਾਜ ਦੇ ਹੁਕਮ ਦੇ ਵਿੱਚ ਹੀ ਜਿਹੜਾ ਸਾਰਿਆਂ ਨੂੰ ਪਾਣੀ ਪਿਆਈ ਜਾਂਦਾ। ਕਿਉਂਕਿ ਗੁਰੂ ਘਰ ਦਾ ਸਿਧਾਂਤ ਹੈ, ਗੁਰੂ ਘਰ ਤਾਂ ਕਿਸੇ ਦਾ ਦੁਸ਼ਮਣ ਹੈ ਹੀ ਨਹੀਂ, ਗੁਰੂ ਘਰ ਤਾਂ ਕਿਸੇ ਦਾ ਵੈਰੀ ਹੈ ਹੀ ਨਹੀਂ। ਜਿਹੜਾ ਅਣਜਾਣ ਪੁਣੇ ਵਿੱਚ ਗੁਰੂ ਘਰ ਦਾ ਦੁਸ਼ਮਣ ਬਣ ਕੇ ਆਉਂਦਾ ਵਾ, ਉਹਦਾ ਮੁਕਾਬਲਾ ਕੀਤਾ ਸਤਿਗੁਰੂ ਜੀ ਨੇ। ਮਹਾਰਾਜ ਸਾਹਿਬ ਨੇ ਆਖਿਆ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਇਹ ਵੀ ਇੱਕ ਧਰਮ ਹੈ ਵੀ ਨਾ ਕਿਸੇ ਨੂੰ ਭੈ ਦੇਣਾ ਤੇ ਨਾ ਕਿਸੇ ਦਾ ਭੈ ਲੈਣਾ, ਨਾ ਕਿਸੇ ਦਾ ਹੱਕ ਖੋਹਣਾ ਤੇ ਨਾ ਕਿਸੇ ਨੂੰ ਆਪਣਾ ਹੱਕ ਖੋਹਣ ਦੇਣਾ। ਤਾਂ ਮਹਾਰਾਜ ਸਾਹਿਬ ਜੀ ਦੇ ਪਿਆਰੇ ਸਿੰਘ, ਪਿਆਰੇ ਕਨ੍ਹਈਆ ਸਿੰਘ ਕਹਿੰਦੇ ਮਹਾਰਾਜ ਇਹ ਬਾਕੀ ਸਿੰਘ ਵੀ ਤੁਹਾਡੀ ਆਗਿਆ 'ਚ ਸੇਵਾ ਕਰਦੇ, ਮੈਂ ਵੀ ਤੁਹਾਡੀ ਆਗਿਆ 'ਚ ਸੇਵਾ ਕਰਦਾ। ਇਹ ਵੀ ਆਪ ਜੀ ਦੇ ਹੁਕਮ ਨੂੰ ਮੰਨਦੇ, ਮੈਂ ਵੀ ਆਪ ਜੀ ਦੇ ਹੁਕਮ ਨੂੰ ਮੰਨਦਾ। ਇਹ ਦੁਸ਼ਮਣਾਂ ਨੂੰ ਮਹਾਰਾਜ ਖਤਮ ਕਰਦੇ ਆ ਤੇ ਮੈਂ ਪਾਣੀ ਪਿਆ ਪਿਆ ਕੇ ਦੁਸ਼ਮਣੀ ਖਤਮ ਕਰਦਾ, ਮੈਂ ਦੁਸ਼ਮਣੀ ਖਤਮ ਕਰਦਾ ਹਾਂ। ਤੇ ਸਤਿਗੁਰੂ ਜੀ ਨੇ ਨਾਲ ਮਲਮ ਪੱਟੀ ਵੀ ਦਿੱਤੀ, ਵੀ ਨਾਲ ਮਲਮ ਪੱਟੀ ਵੀ ਕਰੀ ਚੱਲ, ਤੇ ਬਖਸ਼ਿਸ਼ਾਂ ਕੀਤੀਆਂ। ਤੇ ਭਾਈ ਕਨ੍ਹਈਆ ਸਿੰਘ ਤੋਂ ਫਿਰ ਸੇਵਾ ਪੰਥੀ ਸੰਪਰਦਾ ਚੱਲੀ ਹੈ ਗੁਰੂ ਕੇ ਖਾਲਸੇ ਪੰਥ ਦੇ ਵਿੱਚ। ਜਿਹੜੇ ਸੇਵਾ ਪੰਥੀ ਮਹਾਂਪੁਰਖ ਹੋਏ ਨਾ, ਉਹ ਭਾਈ ਕਨ੍ਹਈਆ ਜੀ ਦੀ ਸੰਪਰਦਾ ਦੇ ਵਿੱਚੋਂ ਹੋਏ। ਇਸ ਤਰ੍ਹਾਂ ਸਾਰਿਆਂ ਵਿੱਚ ਵਾਹਿਗੁਰੂ ਜੀ ਨੂੰ ਜਾਣਨਾ, ਇਹ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਵੀ ਉਹ ਪਰਮੇਸ਼ਰ ਵਿਆਪਕ ਤਾਂ ਸਾਰੀ ਸ੍ਰਿਸ਼ਟੀ ਦੇ ਵਿੱਚ ਆ, ਪਰ ਉਸ ਨੂੰ ਨੇੜੇ ਜਾਣੋ, ਉਸ ਨੂੰ ਸਾਰੇ ਪਾਸੇ ਭਾਈ ਸਮਝਣਾ ਕਰੋ, ਜਾਣਨਾ ਕਰੋ। ਏਕ ਓੰਕਾਰ ਅਵਰ ਨਹੀਂ ਦੂਜਾ। ਉਹ ਇੱਕ ਓੰਕਾਰ ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਆ, ਜਿਹੜਾ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰ ਰਿਹਾ, ਸਾਰੀ ਸ੍ਰਿਸ਼ਟੀ ਦਾ ਖਾਤਮਾ ਕਰਨ ਵਾਲਾ ਵੀ ਹੈ, ਉਹ ਇੱਕੋ ਹੀ ਸਾਰੇ ਪਾਸੇ ਵਿਆਪਕ ਆ, ਉਹਦੇ ਤੋਂ ਬਿਨਾਂ ਅਵਰ ਨਹੀਂ ਦੂਜਾ। ਕੋਈ ਦੂਜਾ ਤੇ ਹੈ ਹੀ ਨਹੀਂ ਨਾ।
ਉਹ ਇੱਕੋ ਹੀ ਸਾਰੀ ਸ੍ਰਿਸ਼ਟੀ। ਕਿੱਡਾ ਬੇਅੰਤ ਹੈ ਉਹ ਪਰਮੇਸ਼ਰ ਸਾਧ ਸੰਗਤ, ਜਿਹੜਾ ਇੱਕੋ ਹੀ ਸਾਰੀ ਸ੍ਰਿਸ਼ਟੀ ਦੀ ਉਤਪਤੀ ਕਰਦਾ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਦੀ ਪਾਲਣਾ ਵੀ ਕਰਦਾ ਹੈ ਤੇ ਸਾਰਿਆਂ ਦੇ ਵਿੱਚ ਵੀ ਬੈਠਾ ਹੋਇਆ। ਦੇਖੋ, ਸਾਰਿਆਂ ਦੇ ਵਿੱਚ ਬੈਠਾ ਹੋਇਆ। ਉਹਦੇ ਤੋਂ ਬਿਨਾ ਦੂਜਾ ਕੋਈ ਹੈ ਹੀ ਨਹੀਂ ਇਹ ਸ੍ਰਿਸ਼ਟੀ ਨੂੰ ਚਲਾਉਣ ਵਾਲਾ। ਉਹ ਆਪ ਹੀ ਹੈ, ਕਰਤਾ ਪੁਰਖ ਆਪ ਹੈ, ਇੱਕੋ ਇੱਕ ਹੀ। ਬਾਕੀ ਸਾਰੀ ਉਹਦੀ ਕਿਰਤ ਹੈ, ਕਰਤਾ ਉਹ ਆਪ ਹੈ। ਸਾਰਿਆਂ ਦੇ ਵਿੱਚ ਬੈਠਾ ਹੋਇਆ ਤੇ ਉਹ ਆਨੰਦ ਦਾ ਦਾਤਾ ਹੈ, ਸੁਖ ਸਰੂਪ ਹੈ, ਗੁਣੀ ਨਿਧਾਨ ਹੈ। ਤੇ ਸਾਰਿਆਂ ਦੇ ਅੰਦਰ ਬੈਠਾ ਹੋਇਆ ਤੇ ਜੀਵ ਫਿਰ ਵੀ ਦੁਖੀ ਹੈ। ਜੀਵ ਫਿਰ ਵੀ ਚਿੰਤਾ ਦੇ ਵਿੱਚ ਹੈ। ਮਹਾਰਾਜ ਕਹਿੰਦੇ ਵੀ ਉਹਦੇ ਨਾਲੋਂ ਟੁੱਟਿਆ ਹੋਇਆ ਹੈ ਨਾ, ਉਹਨੂੰ ਭੁੱਲ ਗਿਆ, ਇਸ ਕਰਕੇ ਚਿੰਤਾ ਦੇ ਵਿੱਚ, ਇਸ ਕਰਕੇ ਦੁਖੀ ਹੈ, ਇਸ ਕਰਕੇ ਵਿਛੜਿਆ ਹੋਇਆ ਹੈ। ਤੇ ਸਿਮਰਨ ਤਾਂ ਹੀ ਗੁਰੂ ਸਾਹਿਬ ਕਹਿੰਦੇ ਕਰੋ ਵੀ ਉਹਦੀ ਯਾਦ ਵਿੱਚ ਜੁੜੋ। ਉਹ ਹੈ ਤਾਂ ਸਰਬ ਵਿਆਪਕ, ਦੂਰ ਨਹੀਂ ਹੈ। ਗੱਲ ਇੰਨੀ ਆ ਵੀ ਭੁੱਲ ਗਿਆ, ਦੂਰ ਨਹੀਂ, ਗਵਾਚਾ ਨਹੀਂ। ਮਹਾਰਾਜ ਕਹਿੰਦੇ ਭੁੱਲਿਆ ਜਿਹੜਾ ਭੁੱਲ ਜਾਵੇ ਤੇ ਫਿਰ ਉਹਦੇ ਨਾਲੋਂ ਸਾਂਝ ਟੁੱਟ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਗੱਲ, ਇਹ ਬੇਨਤੀ ਕਰੀਏ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਉਹ ਪਰਮੇਸ਼ਰ ਵਾਹਿਗੁਰੂ ਜੋ ਸਰਬ ਵਿਆਪਕ ਹੈ, ਜੋ ਜਿਸ ਦੀ ਜੋਤ ਮੇਰੇ ਸਰੀਰ ਵਿੱਚ ਵੀ ਹੈ, ਸਾਰੇ ਬ੍ਰਹਿਮੰਡ ਵਿੱਚ ਵੀ ਹੈ, ਉਹ ਮੈਨੂੰ ਭੁੱਲੇ ਨਾ, ਸਦਾ ਚੇਤੇ ਰਹੇ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਟੀਪਾ ਪ੍ਰਾਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਏਕ ਓੰਕਾਰ ਅਵਰ ਨਹੀਂ ਦੂਜਾ, ਉਹਦੇ ਤੋਂ ਬਿਨਾ ਅਵਰ ਕੋਈ ਹੋਰ ਦੂਸਰੇ ਸਥਾਨ ਤੇ ਕੋਈ ਦੂਜਾ ਨਹੀਂ, ਇੱਕੋ ਇੱਕ ਪਰਮੇਸ਼ਰ ਹੀ ਹੈ। ਨਾਨਕ ਏਕ ਸਮਾਈ। ਮਹਾਰਾਜ ਕਹਿੰਦੇ ਉਹ ਇੱਕ ਹੀ ਸਾਰੇ ਪਾਸੇ ਸਮਾਇਆ ਹੋਇਆ। ਕਿੱਡਾ ਵੱਡਾ ਹੈ, ਕਿੰਨੀ ਸਮਰੱਥਾ ਉਸਦੀ, ਇੱਕ ਹੁੰਦਿਆਂ ਸਾਰੇ ਪਾਸੇ ਸਮਾਇਆ ਹੋਇਆ, ਸਾਰੇ ਪਾਸੇ ਵਿਆਪਕ ਹੋ ਰਿਹਾ। ਜਿੱਥੇ ਉਸ ਨੂੰ ਕੋਈ ਚੇਤੇ ਕਰਦਾ ਹੈ ਉੱਥੇ ਹੀ ਹਾਜ਼ਰ ਹੁੰਦਾ। ਜਿਸ ਜਿਸ ਨੇ ਉਸ ਨੂੰ ਸਿਮਰਿਆ ਹੈ ਉੱਥੇ ਉੱਥੇ ਉਹਨੇ ਹਾਜ਼ਰ ਹੋ ਕੇ ਕਾਰਜ ਰਾਸ ਕਰ ਦਿੱਤੇ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਫਿਰ ਉਹਦਾ ਨਾਮ ਕਿੱਡਾ ਵੱਡਾ, ਆਪ ਤੇ ਉਹ ਵੱਡਾ ਹੈ ਹੀ। ਜਿਵੇਂ ਸੰਸਾਰ 'ਚ ਕਿਹਾ ਜਾਂਦਾ ਨਾ ਵੀ ਫਲਾਣੇ ਬੰਦੇ ਦਾ ਨਾਮ ਬੜਾ ਚੱਲਦਾ, ਇਹਨੇ ਬੜਾ ਨਾਮ ਨਾ ਖੱਟਿਆ, ਇਹਦਾ ਨਾਮ ਬੜਾ ਚੱਲਦਾ। ਪਰ ਸਭ ਤੋਂ ਜ਼ਿਆਦਾ ਨਾਮ ਕਿਹਦਾ ਚੱਲਦਾ? ਸਭ ਤੋਂ ਜ਼ਿਆਦਾ ਨਾਮ ਪ੍ਰਮਾਤਮਾ ਦਾ ਚੱਲਦਾ, ਪਰਮੇਸ਼ਰ ਦਾ ਚੱਲਦਾ। ਲੋਕ ਵਿੱਚ ਵੀ ਚੱਲਦਾ, ਪਰਲੋਕ 'ਚ ਵੀ ਚੱਲਦਾ। ਉਹਦਾ ਨਾਮ ਲਈਏ ਤੇ ਜਮਦੂਤ ਵੀ ਨਾਮ ਸੁਣ ਕੇ ਛੱਡ ਜਾਂਦੇ ਆ। ਹੋਰ ਕਿਸੇ ਬੰਦੇ ਦਾ ਨਾਮ ਲਈਏ ਤੇ ਉਹਨਾਂ ਛੱਡਣਾ ਤੇ ਕੀ, ਸਗੋਂ ਚਾਰ ਡੰਡੇ ਹੋਰ ਮਾਰਨਗੇ। ਤੇ ਪ੍ਰਭੂ ਦਾ ਨਾਮ ਲਈਏ ਤੇ ਉਹਦਾ ਨਾਮ ਸੁਣ ਕਰਕੇ ਜਮਦੂਤ ਵੀ ਛੱਡ ਕੇ ਭੱਜ ਜਾਂਦੇ। ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ। ਭੌਜਲ ਬਿਖਮਸ ਗਾਹੋ, ਗੁਰ ਸਬਦੀ ਪਾਰ ਪਾਹੇ। ਵਾਹਿਗੁਰੂ ਜੀ ਦਾ ਨਾਮ ਇੰਨਾ ਵੱਡਾ, ਇੰਨਾ ਮਹਾਨ, ਮਾਤ ਲੋਕ ਵਿੱਚ ਵੀ ਰੱਖਿਆ ਕਰਦਾ, ਪਰਲੋਕ ਵਿੱਚ ਵੀ ਰੱਖਿਆ ਕਰਦਾ। ਇਸ ਕਰਕੇ ਗੁਰੂ ਜੀ ਨੇ ਆਖਿਆ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਇਸ ਕਰਕੇ ਆਖਿਆ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭੂ ਦੀ ਯਾਦ ਵਿੱਚ ਜੁੜੋ ਭਾਈ, ਪ੍ਰਭੂ ਦੀ ਯਾਦ ਸਭ ਤੋਂ ਉੱਚੀ ਹੈ, ਪ੍ਰਭੂ ਦਾ ਸਿਮਰਨ ਸਭ ਤੋਂ ਮਹਾਨ ਹੈ। ਸਾਰੇ ਸਾਧਨਾਂ ਨਾਲੋਂ, ਜਿੰਨੇ ਧਰਮ ਦੇ ਨਾਂ ਤੇ ਸਾਧਨ ਕੀਤੇ ਜਾਂਦੇ ਆ, ਉਹਨਾਂ ਸਾਰਿਆਂ ਨਾਲੋਂ ਪ੍ਰਭੂ ਦਾ ਨਾਮ ਸ੍ਰੇਸ਼ਟ ਹੈ। ਬਹੁ ਸ਼ਾਸਤਰ ਬਹੁ ਸਿਮਰਤੀ, ਵੇਖੇ ਸਰਬ ਢਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਬਾਂਹ ਫੜਦਾ ਹੈ ਪ੍ਰਭੂ ਦਾ ਨਾਮ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸਮਾਲੇ। ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਗਤ
ਮੋਹਿ ਰਖਵਾਲੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ, ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਗੁਰਮੁਖ ਨਾਮ ਜਪੋ ਮਨ ਮੇਰੇ। ਨਾਨਕ ਪਾਵਹੁ ਸੁਖ ਕਨੇਰੇ, ਨਾਨਕ ਪਾਵਹੁ ਸੁਖ ਕਨੇਰੇ, ਨਾਨਕ ਪਾਵਹੁ ਸੁਖ ਕਨੇਰੇ, ਨਾਨਕ ਪਾਵਹੁ ਸੁਖ ਕਨੇਰੇ। ਦੱਖਣੀ ਓੰਕਾਰ ਦੀ ਪੰਜਵੀਂ ਪੌੜੀ ਦੁਆਰਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਬਾਣੀ ਅਗਾਧ ਬੋਧ ਹੈ, ਵਿਚਾਰ ਕਰਦਿਆਂ ਭੁੱਲਾਂ ਹੋਣੀਆਂ ਸੁਭਾਵਿਕ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ। ਦੇਹੋ ਸੱਜਣੇ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਪ੍ਰਭ ਨੇੜੇ ਹਰ ਦੂਰ ਨ ਜਾਣਹੁ, ਏਕੋ ਸ੍ਰਿਸ਼ਟ ਸਬਾਈ, ਅੰਤਰ ਬਾਹਰ ਏਕ ਪਛਾਣੈ, ਏਕ ਓੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਪ੍ਰਭ ਨੇੜੇ ਹਰ ਦੂਰ ਨ ਜਾਣਹੁ, ਏਕੋ ਸ੍ਰਿਸ਼ਟ ਸਬਾਈ, ਏਕ ਓੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।